ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਮਦਾਸ ਨਹੀਂ ਜੀ, ਉਹ ਤਾਂ ਕੋਈ ਕੁਟਿਲ ਇਸਤਰੀ ਸੀ। ਸਿੱਖ ਨਹੀਂ ਪੰਡਤ ਜੀ, ਉਹ ਤਾਂ ਮਾਇਆ ਸੀ ਜਿਸ ਦਾ ਤੂੰ ਚੇਲਾ ਹੈ। ਬ੍ਰਹਮਦਾਸ ਮਾਇਆ ਮੇਰਾ ਗੁਰੂ ਹੈ, ਇਹ ਕੀਕੂ। ਸਿੱਖ ਗੁਰੂ ਉਹ ਹੈ ਜਿਸ ਨੂੰ ਸਭ ਤੋਂ ਵੱਧ ਕੇ ਪਿਆਰ ਕਰੀਦਾ ਹੈ। ਤੇਰੀ ਦਿਨ ਰਾਤ ਲਿਵ ਮਾਇਆ ਵਿੱਚ ਹੈ, ਸਭ ਤੋਂ ਪਿਆਰੀ ਤੈਨੂੰ ਮਾਇਆ ਹੈ, ਸੋ ਉਹ ਤੇਰਾ ਗੁਰੂ ਹੈ। ਬ੍ਰਹਮਦਾਸ ਮੈਂ ਸਾਰੀ ਉਮਰ ਠਾਕੁਰ ਪੂਜੇ ਤੇ ਸ੍ਰਿਸ਼ਟੀ ਸੇਵੀ, ਕੀ ਮੈਂ ਮਾਇਆ ਦੀ ਸੇਵਾ ਕੀਤੀ ਹੈ। ਸਿੱਖ ਅੰਦਰ ਝਾਤ ਮਾਰਨਾ, ਆਪਣੀਆਂ ਵਾਸ਼ਨਾ ਨੂੰ ਤੱਕ ਨਾ। 8 ਪੈਰ ਤੇਰੇ ਅੰਦਰ ਫੁਰਨੇ ਦਾ ਰਾਜ ਹੈ। ਸੰਕਲਪਾਂ ਵਿਕਲਪਾਂ ਦਾ ਮੀਨਾ ਬਾਜ਼ਾਰ ਸੱਜ ਰਿਹਾ ਹੈ। ਖਿਆਲਾਂ ਸੋਚਾਂ ਉਧੇੜ ਬੁੰਨਾ, ਮਨ ਤਰੰਗਾਂ ਦੀ ਘੋੜ ਦੌੜ ਲੱਗ ਰਹੀ ਹੈ। ਸੇਵਾ ਜੋ ਤੂੰ ਸ੍ਰਿਸ਼ਟੀ ਦੀ ਕਰਦਾ ਹੈ, ਇਹ ਸਮਝ ਕੇ ਕਰਦਾ ਹੈ ਕਿ ਇਹ ਲੋੜਵੰਦ ਹਨ। ਮੈਂ ਲੋੜਾਂ ਪੂਰਨਹਾਰ ਹਾਂ, ਇਹ ਮੰਗਤੇ ਹਨ, ਮੈਂ ਦਾਤਾ ਹਾਂ। ਤੇਰਾ ਦਿਲ ਉਹਨਾਂ ਨਾਲ ਰਗੜ ਖਾਂਦਾ ਹੈ। ਸੇਵਾ ਵਿੱਚ ਆਪਣੀ ਵਡਿਆਈ ਤੇਰੇ ਅੰਦਰ ਮੁੱਖ ਮੰਤਵ ਹੈ। ਵਡਿਆਈ ਦੀ ਲਾਲਸਾ ਵੀ ਤ੍ਰਿਸ਼ਨਾ ਹੈ, ਇਹ ਹਉਮੈ ਹੈ, ਮਾਇਆ ਹੈ। ਤੂੰ ਜੋ ਸੇਵਾ ਕਰਦਾ ਹੈ ਵੱਡਾ ਬਣ ਕੇ, ਅੰਦਰ ਬਫਾ ਕੇ, ਸੋ ਇਹ ਸੇਵਾ ਜਾਂ ਤਾਂ ਮੁਥਾਜਾਂ ਦਾ ਧਿਆਨ ਤੇਰੇ ਅੰਦਰ ਵਸਾਉਂਦੀ ਹੈ, ਜਾਂ ਉਹ ਤੇਰੀ ਹਉਮੈ ਨੂੰ ਪੱਠੇ ਪਾਉਂਦੀ ਹੈ ਕਿ ਮੈਂ ਸੇਵਾ ਕਰਦਾ ਹਾਂ। ਪੰਡਤਾ ਸਮਝ ਲੈ ਕਿ ਜਦੋਂ ਤੂੰ ਮੈਂ ਉਪਕਾਰ ਕਰਦਾ ਹਾਂ ਧਾਰ ਕੇ ਸੇਵਾ ਕਰਦਾ ਹੈ, ਤੂੰ ਹਉਮੈ ਦੀ ਸੇਵਾ ਕਰਦਾ ਹੈ। ਤੇਰੇ ਮਨ ਦੀ ਘਾਸ ਉਹਨਾਂ ਮੁਥਾਜਾਂ ਦੀ ਸੁਰਤ ਨਾਲ ਰਗੜ ਖਾਂਦੀ ਹੈ ਤੇ ਉਹਨਾਂ ਦੇ ਮਨ ਅੰਦਰ ਜੋ ਧੋਖਲਾ ਹੈ ਉਸ ਦਾ ਅਸਰ ਲੈ ਕੇ ਤੇਰਾ ਮਨ ਮਲੀਨ ਹੁੰਦਾ ਹੈ। ਮਨ ਦੀ ਮਲੀਨਤਾ ਮਾਇਆ ਹੈ, ਸੋ ਜੋ ਸੇਵਾ ਤੂੰ ਹੋਂਦ ਦੀ ਕੀਤੀ, ਮਾਇਆ ਦੀ ਕੀਤੀ। ਤੈਨੂੰ ਉਸ ਦ੍ਰਿਸ਼ਟੀ ਦਾ ਅਜੇ ਪਤਾ ਨਹੀਂ ਜਿਸ ਨਾਲ ਸੇਵਾ ਕਰੀਦੀ ਹੈ, ਰੱਬ ਜੀ ਦਾ ਹੁਕਮ ਪਾਲਣ ਲਈ। ਫਿਰ ਸੇਵਾ ਕਰਕੇ ਉਸ ਸਾਈਂ ਜੀ ਨੂੰ ਅਰਪਣ ਕਰੀਦੀ ਹੈ। ਨਾ ਤਾਂ ਹੋਂ ਧਾਰੀਦੀ ਹੈ ਕਿ ਮੈਂ ਉਪਕਾਰੀ ਸੇਵਕ ਹਾਂ, ਨਾ ਜਿਨ੍ਹਾਂ ਦੀ ਸੇਵਾ ਕਰੀਦੀ ਹੈ ਉਹਨਾਂ ਨਾਲ ਸੁਰਤ ਫਸਾਈ ਤੇ ਅੜਾਈ ਦੀ ਹੈ। ਇਸ ਸੇਵਾ ਨਾਲ ਮਨ ਨਿਰਮਲ ਹੁੰਦਾ ਹੈ। ਫਿਰ ਜਦ ਮਿਹਰ ਹੁੰਦੀ ਹੈ, ਨਾਮ ਵਿੱਚ ਲਿਵ ਜੁੜਦੀ ਹੈ, ਸਹਿਜ ਪ੍ਰਾਪਤ ਹੁੰਦਾ ਹੈ ਤੇ ਰੱਬ ਜੀ ਨਾਲ ਮਿਲ ਜਾਈਦਾ ਹੈ। ਜਿਹੜਾ ਤੂੰ ਠਾਕਰ ਸੇਵਿਆ ਭਗਤ ਪ੍ਰਸਿੱਧ ਹੋਣ ਲਈ, ਗਲੇ ਵਿੱਚ ਠਾਕੁਰ ਲਟਕਣ ਆਖੀਏ ਭਗਤ ਹੈ, ਨਾਲ 2 ਊਂਠ ਪੁਸਤਕਾਂ ਦੇ ਟੁਰਨ ਆਖੀਏ ਬੜਾ ਪੰਡਤ ਹੈ। ਤੂੰ ਜਾਣ ਕੇ ਕਪਟ ਨਹੀਂ ਕੀਤਾ, ਪਰ ਜੋ ਪੂਜਾ ਪਾਠ ਤੈਂ ਕੀਤਾ ਮੈਂ ਚੰਗਾ ਹਾਂ ਲਈ ਕੀਤਾ। ਇਹ ਹਉਮੈ ਹੈ, ਮਾਇਆ ਹੈ, ਸੋ ਦੱਸ ਤੇਰਾ ਗੁਰੂ ਮਾਇਆ ਹੈ ਕਿ ਨਹੀਂ। ਫੇਰ ਦੇਖ ਮਾਇਆ ਦਾ ਇੱਕ ਧਰਮ ਹੈ ਕਿ ਜੋ ਉਸ ਦੀ ਸੇਵਾ ਕਰਦਾ ਹੈ ਉਹ ਉਲਟ ਕੇ ਉਸੇ ਨੂੰ ਫਿਰ ਖਾਂਦੀ ਹੈ। ਸੋ ਤੈਨੂੰ ਤੇਰੇ ਗੁਰੂ ਨੇ ਉਹ ਪ੍ਰਸ਼ਾਦ ਦਿੱਤਾ ਜੋ ਉਸ ਦੇ ਪੱਲੇ ਹੈ। ਮਾਇਆ ਦੇ ਪੱਲੇ ਦੁੱਖ ਹੀ ਹੈ। ਬ੍ਰਹਮਦਾਸ ਸਿਦਕ ਨਾਲ ਆਪਣੀਆਂ ਕਸਰਾਂ ਸੁਣਦਾ ਸ਼ਰਮ ਵਿੱਚ ਆ ਕੇ ਪਸੀਨੇ ਨਾਲ ਭਿੱਜ ਗਿਆ। ਜਮੀ ਵੇਲ ਨਹੀਂ ਦਿੰਦੀ, ਪਰ ਹਾਏ ਸੱਚ ਹੈ, ਕੋੜਾ ਹੈ ਪਰ ਹੈ ਸੱਚ। ਕੋੜਾ ਦਾਰੂ ਖਾ ਗਿਆ। ਬ੍ਰਹਮਦਾਸ ਹੁਣ ਰੋਇਆ ਤੇ ਕਹਿਣ ਲੱਗਾ, ਸੱਚ, ਪਰ ਹੇ ਸਾਈਂ ਦੇ ਸਵਾਰਿਓ, ਮੈਨੂੰ ਇਹ ਲੋੜ ਤਾਂ ਨਹੀਂ ਸੀ ਕਿ ਮੇਰਾ ਹੁੰਦਾ ਗੁਰੂ ਮੈਨੂੰ ਲੱਭੇ। ਮੈਨੂੰ ਤਾਂ ਉਸ ਗੁਰੂ ਦੀ ਲੋੜ ਸੀ ਜੋ ਮੇਰੀ ਕਰਮ ਫਾਸ ਕੱਟੇ। ਤੁਸਾਂ ਮੈਨੂੰ ਉਹ ਗੁਰੂ ਦੱਸਣਾ ਸੀ ਜਿਸ ਨੂੰ ਮੈਂ ਗੁਰੂ ਧਾਰਨ ਕਰਕੇ ਛੁਟਕਾਰਾ ਪਾਵਾਂ। ਸਿੱਖ ਬ੍ਰਹਮਦਾਸ ਤੂੰ ਜਾਣਦਾ ਹੈ ਕਿ ਸਾਖੀ ਕਿਸ ਨੂੰ ਆਖਦੇ ਹਨ? ਜੋ ਆਪਣੀਆਂ ਅੱਖਾਂ ਨਾਲ ਕੋਈ ਗੱਲ ਵੇਖੇ। ਤੂੰ ਇਸ ਤੋਂ ਪਹਿਲਾਂ ਮਾਇਆ ਦਾ ਰੂਪ ਹੋਇਆ ਮਾਇਆ ਵਿੱਚ ਵਰਤਦਾ ਸੈਂ। ਤੂੰ ਕਿਨਾਰੇ ਹੋ ਕੇ ਮਾਇਆ ਨੂੰ ਆਪ ਤੋਂ ਵੱਖਰਾ ਨਹੀਂ ਸੀ ਦੇਖਿਆ, ਨਾ ਪ੍ਰਤੀਤ ਕੀਤਾ ਸੀ। ਅੱਜ ਤੂੰ ਮਾਇਆ ਨੂੰ ਨੈਣਾ ਨਾਲ ਡਿੱਠਾ ਹੈ। ਸੋ ਭਾਈ ਪਹਿਲੇ ਮਾਇਆ ਦਿਸ ਪਵੇ, ਇਸ ਦਾ ਸਾਡੇ ਨਾਲ ਭੈੜਾ ਵਰਤਾਓ ਦਿਸ ਪਵੇ। ਇਸ ਤੋਂ ਵਿਰਾਗ ਹੋਵੇ ਤਾਂ ਫਿਰ ਸਾਖਿਆਤਕਾਰ ਹੋਵੇ ਉਹ ਜੋ ਮਾਇਆ ਨਹੀਂ ਹੈ ਤੇ ਆਪ ਹੈ। ਗੁਰੂ ਕਲਿਆਣ ਕਰਤਾ ਅਰਸ਼ਾਂ ਤੋਂ ਆਇਆ ਗੁਰੂ, ਜੋ ਗੁਰੂ ਪਰਮੇਸ਼ਰ ਰੂਪ ਹੈ ਤੇ ਜੋ ਬ੍ਰਹਮੰਡ ਦਾ ਗੁਰੂ ਹੈ ਉਹ ਤੈਨੂੰ ਮਿਲਿਆ। ਤੂੰ ਤਪਾ ਕਹਿ ਕੇ ਉਸ ਨਾਲ ਰਾਮ ਰਮਈਆ ਕੀਤੀ ਤੇ ਪ੍ਰਸ਼ਨੋਤਰ ਕੀਤੇ, ਪਰ ਉਸ ਦਾ ਦਰਸ਼ਨ ਤੈਨੂੰ ਨਾ ਹੋਇਆ। ਤੂੰ ਦੇਖਦਾ ਹੋਇਆ ਉਸ ਨੂੰ ਨਾ ਦੇਖ ਸਕਿਆ, ਕਿਉਂਕਿ ਮਾਇਆ ਤੇਰੀ ਸੁਰਤ ਨਾਲ ਅਭੇਦ ਸੀ ਤੇ ਤੂੰ ਉਸ ਨੂੰ ਆਪਣੇ ਤੋਂ ਨਖੇੜ ਕੇ ਕਦੇ ਨਹੀਂ ਸੀ ਤੱਕਿਆ। ਅਰਥਾਤ ਤੂੰ ਕਦੇ ਮਾਇਆ ਨੂੰ ਆਪ ਤੋਂ ਭਿੰਨ ਕਰਕੇ ਨਹੀਂ ਸੀ ਤੱਕਿਆ। ਇਸ ਕਰਕੇ ਤੈਨੂੰ ਸਾਖਿਆਤ ਗੁਰੂ ਹੋ ਕੇ ਨਾ ਪ੍ਰਤੀਤ ਹੋਇਆ। ਤਾਂ ਤੂੰ ਹੋਰ ਗੁਰੂ ਦੀ ਤੱਕ ਤਕਾਈ ਤੇ ਤੂੰ ਗੁਰੂ ਤੋਂ ਪੁੱਛਿਆ ਕਿ ਮੇਰਾ ਗੁਰੂ ਕੌਣ ਹੈ। ਸੋ ਹੇ ਪੰਡਤ, ਜੇ ਤੂੰ ਮਾਇਆ ਦਾ ਦੇਖਣਹਾਰ ਹੁੰਦਾ ਤੇ ਮਾਇਆ ਤੋਂ ਵੱਖ ਹੁੰਦਾ ਤਾਂ ਤੇਰੇ ਨੈਣ ਉਸ ਜਗਤ ਗੁਰੂ ਦੀ ਪਛਾਣ ਕਰ ਲੈਂਦੇ। ਸਮੁੰਦਰ ਤੋਂ ਤੂੰ ਨਾ ਪੁੱਛਦੋ ਕਿ ਮੈਨੂੰ ਸਮੁੰਦਰ ਦਾ ਰਸਤਾ ਦੱਸੋ,
ਪਰ ਸਮੁੰਦਰ ਨੂੰ ਤਾਂ ਦੇਖ ਦੋ ਜੇ ਤੇਰੇ ਨੈਣਾ ਅੱਗੋਂ ਮਾਇਆ ਦੇ ਮੋਤੀਆ ਬਿੰਦ ਦੇ ਛੋੜ ਕੱਟੇ ਜਾਂਦੇ ਤਾਂ। ਸੋ ਹੇ ਪੰਡਤ, ਰਿੰਝ ਨਾ ਹੋ, ਤੂੰ ਹੁਣ ਆਪਣਾ ਵਰਤਮਾਨ ਗੁਰੂ ਵੀ ਦੇਖ ਲਿਆ ਹੈ ਤੇ ਤਾਰਨਹਾਰ ਗੁਰੂ ਦਾ ਵੀ ਤੈਨੂੰ ਪਤਾ ਲੱਗ ਗਿਆ ਹੈ। ਹੁਣ ਵਿਚਾਰ ਕਰ ਲੈ ਕਿ ਤੂੰ ਕੀ ਕਰਨਾ ਹੈ। ਬ੍ਰਹਮਦਾਸ ਨੂੰ ਅੱਜ ਸੋਝੀ ਆਈ ਕਿ ਇਹ ਤਾਂ ਮੇਰੇ ਹੀ ਤਕਲੇ ਨੂੰ ਵੱਲ ਪਿਆ ਹੋਇਆ ਸੀ। ਤੰਦ ਕਿੱਥੋਂ ਨਿਕਲਦੀ। ਅਨਰਵਚਨੀ ਮਾਇਆ ਦੇ ਜਾਲ ਵਿੱਚ ਮੈਂ ਰਿਹਾ, ਉਸਨੂੰ ਮੈਂ ਸਮਝਿਆ ਹੀ ਨਹੀਂ। ਇਹ ਅਣਡਿੱਠਵੀਂ ਮਾਇਆ ਕਿੱਕੋਂ ਲੁਕ ਲੁਕ ਕੇ ਮੇਰੇ ਮਨ ਨੂੰ ਵੱਲ ਫੇਰ ਦਿੰਦੀ ਰਹੀ ਹੈ। ਪਰ ਤੇਰਾ ਵੀ ਭਲਾ ਹੋਵੇ ਮਾਇਆ, ਖੂਬ ਜੁੱਤੀ ਮਾਰ ਕੇ ਮੇਰਾ ਵੱਲ ਕੱਢਿਆ ਈ। ਮਾਇਆ ਨੇ ਕਾਹਦਾ ਕੱਢਿਆ, ਇਹ ਤਾਂ ਉਹਨਾਂ ਸਿੱਖਾਂ ਦੀ ਮਿਹਰ ਹੈ ਜਿਨ੍ਹਾਂ ਨੇ ਵੱਲ ਕੱਢ ਕੇ ਸਿੱਧਾ ਤੀਰ ਕਰ ਦਿੱਤਾ। ਬ੍ਰਹਮਦਾਸ ਦੀ ਤਾਂ ਉਹ ਗੱਲ ਸੀ, ਰਾਹੀ ਤੇਰੀ ਟੁੱਟ ਟੁੱਟ ਤੰਦ ਪਵੇ ਮੁਟਿਆਰੇ, ਮੁਟਿਆਰ ਆਵੇਂ ਰੁਪਿੰਜੀ ਭੈੜੀ ਪੰਜਿਆਰੇ। ਰਾਹੀ ਅੰਨੀ ਰੂਹ ਵਿੱਚ ਦੋਸ਼ ਨਾ ਦਿਸਦਾ ਕਾਈ, ਮੁਟਿਆਰ ਅਵੇ ਤੂੰ ਕੋਈ ਤੁੱਕਾ ਤੀਰ ਲਗਾਈ। ਰਾਹੀ ਅੰਨੀ ਵੱਲ ਦਿਸਦਾ ਤਕਲੇ ਹੀ ਤੇਰੇ, ਅਨੀ ਇਸਦੇ ਪਾਸੇ ਸੇਕ ਕਰਾਰੇ। ਦੋ ਤਿੰਨ ਡਿਲ ਇਸਦੇ ਸਿਰ ਲਾਈ, ਜਦ ਤਕਲਾ ਸਿੱਧਾ ਤਦ ਤੰਦ ਸਵਾਈ। ਤੇਰੇ ਤਕਲੇ ਨੂੰ ਵੱਲ ਪਿਆ ਮੁਟਿਆਰੇ, ਵੱਲ ਕੱਢ ਤਾਂ ਤੰਦ ਤੁਰੇ ਮੁਟਿਆਰੇ। ਸੋ ਮਾਇਆ ਉਹਨਾਂ ਸਿੱਖਾਂ ਨੇ ਰੂਪ ਧਾਰੀ ਕਰਕੇ ਅੱਖੀ ਦਿਖਾ ਦਿੱਤੀ, ਉਸ ਦੇ ਤਕਲੇ ਦਾ ਵੱਲ ਕੱਢ ਦਿੱਤਾ। ਹੁਣ ਜਦ ਗਿਆਨ ਮਿਲਿਆ ਤਾਂ ਮਾਇਆ ਲਾਂਬੇ ਜਾ ਖਲੋਤੀ। ਬ੍ਰਹਮਦਾਸ ਅੰਦਰੋਂ ਸੁੱਧ ਹੋ ਗਿਆ। ਹੁਣ ਬ੍ਰਹਮਦਾਸ ਜੀ ਦੇ ਚਿੱਤ ਵਿੱਚ ਪਿਆਰ ਦੀ ਝਰਨਾਟ ਛਿੜੀ, ਕਲੇਜੇ ਨੂੰ ਧੂ ਪਈ। ਉਹ ਰੂਪ ਜਿਸ ਨੂੰ ਤਪਾ ਜੀ ਕਹਿ ਕੇ ਪੁਕਾਰਦਾ ਸੀ, ਚਿੱਤ ਨੂੰ ਪਿਆਰਾ ਲੱਗਾ। ਜੀ ਵਿੱਚ ਪਛਤਾਵਾ ਆਇਆ ਕਿ ਐਡੇ ਉੱਚੇ ਸੁੱਚੇ ਸੋਹਣੇ ਪਿਆਰੇ ਅਰਸ਼ੀ ਨੂਰ ਨੂੰ ਮੈਂ ਤਪਾ ਤਪਾ ਕਰਕੇ ਮਾਮੂਲੀ ਸਾਧ ਸਮਝਦਾ ਰਿਹਾ। ਸ਼ੋਕ ਇਸ ਮਾਇਆ ਦੇ ਲੁਕਵੇਂ ਪ੍ਰਭਾਵ ਨੇ ਮੇਰੇ ਮਨ ਦੇ ਨੈਣ ਹੀ ਮੁੰਦ ਛੱਡੇ। ਅੱਛਾ, ਜੋ ਬੀਤੀ ਸੋ ਤਾਂ ਹੋ ਬੀਤੀ, ਹੁਣ ਹੀ ਕਿਵੇਂ ਸੁਪਾਤਰ ਬਣਾ। ਇਉਂ ਦੀਆਂ ਸੋਚਾਂ ਸੋਚਦਾ ਸਿੱਖਾਂ ਨੂੰ ਨਮਸਕਾਰ ਕਰਦਾ ਪਿੱਛੇ ਨੂੰ ਤੁਰਿਆ ਤੇ ਆ ਸਤਿਗੁਰੂ ਜੀ ਦੀ ਚਰਨੀ ਠੱਠਾ। ਬ੍ਰਹਮਦਾਸ ਜੀ ਅੱਜ ਜਿਸ ਵੇਲੇ ਚਰਨੀ ਆ ਕੇ ਠੱਠੇ ਹਨ, ਆਰਤੀ ਸੋਲੇ ਦਾ ਪਾਠ ਹੋ ਰਿਹਾ ਸੀ। ਸ੍ਰੀ ਸਤਿਗੁਰੂ ਜੀ ਅਡੋਲ ਟਿਕਾਓ ਵਿੱਚ ਬੈਠੇ ਸਨ। ਸਤਿਗੁਰੂ ਜੀ ਨੇ ਆਪਣਾ ਪਿਆਰ ਵਾਲਾ ਹੱਥ, ਜੋ ਜਲ ਰਹੇ ਸੰਸਾਰ ਨੂੰ ਠੰਡ ਵਰਤਾਉਣ ਆਇਆ ਹੈ, ਜੋ ਟੁੱਟੀਆਂ ਸੂਰਤਾਂ ਸਾਈਂ ਨਾਲ ਜੋੜਨ ਆਇਆ ਹੈ, ਇਸ ਪੰਡਤ ਦੇ ਸਿਰ ਤੇ ਧਰ ਦਿੱਤਾ। ਹਾਂ, ਹੁਣ ਸਾਕਤ ਹਿਰਦੇ ਨੂੰ ਉਹ ਸੁਲੱਖਣਾ ਹੱਥ ਸਾਈਂ ਨਾਲ ਜੋੜ ਰਿਹਾ ਹੈ। ਸੀਸ ਤੇ ਹੱਥ ਫੇਰ ਰਿਹਾ ਹੈ ਕਿ ਆਤਮਾ ਨੂੰ ਪਰਮਾਤਮਾ ਦੇ ਚਰਨ ਕਮਲ ਮਕਰੰਦ ਰਸ ਦੀ ਚੋਗ ਪਾ ਰਿਹਾ ਹੈ। ਪੰਡਤ ਦੇ ਪਥਰਾਏ ਮਨ ਨੂੰ ਪੰਗਾਰ ਪੰਗਾਰ ਕੇ ਕਦੀ ਨਾ ਛਿੜੀਆਂ ਇਲਾਹੀ ਝਰਨਾਟਾ ਛੇੜ ਰਿਹਾ ਹੈ, ਕਦੀ ਨਾ ਉਮਗੇ ਉਮਾ ਉਛਾਲ ਰਿਹਾ ਹੈ। ਸੁੱਤੇ ਮਨ ਨੂੰ ਜਗਾ ਰਿਹਾ ਹੈ, ਮੋਏ ਦਿਲ ਨੂੰ ਜਿਵਾ ਰਿਹਾ ਹੈ ਅਤੇ ਬ੍ਰਹਮਦਾਸ ਨੂੰ ਬ੍ਰਹਮ ਜੀ ਦਾ ਪਿਆਰਾ ਬਣਾ ਰਿਹਾ ਹੈ। ਹਾਂ, ਸਾਰੀ ਉਮਰ ਭੁਲੇਖੇ ਵਿੱਚ ਰਹੇ ਦੀ ਸਾਈਂ ਵਿੱਚ ਲਿਵ ਜੋੜ ਰਿਹਾ ਹੈ। ਕੁਛ ਦੇਰ ਮਗਰੋਂ ਸਿਰ ਚਾਇਆ, ਸਤਿਗੁਰੂ ਨੇ ਚਾਇਆ। ਬ੍ਰਹਮਦਾਸ ਜੀ ਦੇਖਨੇ ਹਨ ਕਿ ਅੰਤਰਾਤਮੇ ਇੱਕ ਸੁੱਖ ਦੀ ਰੋਹ ਜਾਰੀ ਹੈ, ਠੰਡ ਸ਼ਾਂਤੀ ਵਰਤ ਰਹੀ ਹੈ, ਕਿਸੇ ਭਾਰੀ ਹੋਣ ਦੀ ਸ਼ਰਨ ਆਪਣੀ ਹੋਂਦ ਸਮਾ ਰਹੀ ਹੈ, ਅਕਹਿ ਰਸ ਮਾਣ ਰਹੀ ਹੈ। ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ। ਦਰਿਆ ਜਿਕੂ ਸਮੁੰਦਰ ਵਿੱਚ ਪੈਂਦੇ ਹਨ, ਪਰ ਨਹੀਂ ਜਾਣਦੇ ਕਿ ਸਮੁੰਦਰ ਦਾ ਅੰਤ ਪਾਰਾਵਾਰ ਕਿੰਨਾ ਕੁ ਹੈ। ਉਹ ਸ਼ਰਨ ਪੈਂਦੇ ਉਸ ਦੇ ਸੁੱਖ ਵਿੱਚ ਸੁਖੀ ਹੋ ਜਾਂਦੇ ਹਨ, ਤਿਵੇਂ ਪ੍ਰੇਮੀ ਆਤਮਾ ਵਾਹਿਗੁਰੂ ਦੀ ਸ਼ਰਨ ਸਮਾਉਂਦੇ ਸੁੱਖ ਸਰੂਪ ਹੋ ਜਾਂਦੇ ਹਨ, ਉਸ ਦੇ ਪਾਰਾਵਾਰ ਲੈਣ ਵੱਲ ਨਹੀਂ ਧਾਵਦੇ। ਸਮੁੰਦਰ ਨੂੰ ਛੂੰਦਿਆਂ ਕਿਸੇ ਰਸ ਛੂਹ ਵਿੱਚ ਹੋ ਜਾਂਦੇ ਹਨ। ਸੋ ਬ੍ਰਹਮਦਾਸ ਨੂੰ ਜੀ ਦਾਨ ਮਿਲਿਆ, ਲਿਵ ਲੱਗ ਗਈ। ਦੁਪਹਿਰ ਦਾ ਵੇਲਾ ਹੈ, ਪਰ ਦੇਸ਼ ਠੰਡਾ ਹੈ ਤੇ ਰੁੱਤ ਸੁਹਾਵੀ ਹੈ। ਰੋਹ ਦੇ ਨੇੜੇ ਉਸ ਬਗੀਚੇ ਵਿੱਚ ਕਮਾਲ ਜੀ ਬੈਠੇ ਹਨ। ਵਾਹਿਗੁਰੂ ਦੀ ਧੁਨ ਮਿੱਠੀ ਮਿੱਠੀ ਰਸ ਭਿੰਨੜੀ ਸੁਰ ਦੇ ਰਹੀ ਹੈ ਕਿ ਆਏ ਬ੍ਰਹਮਦਾਸ ਜੀ ਆਏ। ਕਮਾਲ ਆਓ ਭਾਈ ਜੀਓ, ਮੇਰੇ ਸਕੇ ਭਾਈ ਜੀਓ, ਜੀਓ ਉੱਠੇ ਹੋ, ਧੰਨ ਭਾਗ ਵਧਾਇਓ। ਪਰ ਬ੍ਰਹਮਦਾਸ ਦੀ ਜੀਭ ਰੁਕ ਗਈ। ਅੱਖਾਂ ਨੇ ਦੋ ਮੋਤੀਆਂ ਵਰਗੇ ਟੇਪੇ ਭੇਟ ਧਰ ਕੇ ਉੱਤਰ ਦਿੱਤਾ। ਕਮਾਲ ਜੀ ਉੱਠੇ, ਦੋਵੇਂ ਜੋ ਹਿੰਦੂ ਮੁਸਲਮਾਨ ਸਨ ਤੇ ਮਿੱਤਰਤਾ ਹੁੰਦਿਆਂ ਵੀ ਵਿੱਥ ਵਿੱਚ ਵਸਦੇ ਸਨ, ਅੱਜ ਗੱਲ ਲੱਗ ਕੇ ਮਿਲੇ। ਜਾਤ ਅਭਿਮਾਨ ਦੀਆਂ ਵਿੱਥਾਂ ਹੱਦਾਂ ਵੀ ਮਿਟ ਗਈਆਂ। ਹਿੰਦੂ ਮੁਸਲਮਾਨ ਸਿੱਖੀ ਦੀ ਕੁਠਾਲੀ ਵਿੱਚ ਢਲ ਕੇ 12 ਬੰਨਿਆਂ ਦਾ ਸੋਨਾ ਹੋ ਗਏ। ਬੜੇ ਪਿਆਰ ਨਾਲ ਘੁੱਟ-ਘੁੱਟ ਕੇ ਮਿਲੇ। ਭਾਈ ਭਾਈ, ਪਿਆਰੇ ਭਾਈ, ਮੇਰੇ ਭਾਈ ਦੇ ਪਿਆਰ ਭਰੇ ਆਵਾਜ਼ੇ ਉੱਠੇ। ਇਸ ਤਰ੍ਹਾਂ ਮਿਲ ਗਿਲ ਕੇ ਬੈਠ ਗਏ। ਅਜੇ ਥੋੜਾ ਹੀ ਚਿਰ ਬੀਤਿਆ ਸੀ ਕਿ ਭਾਈ ਹੱਸੂ ਜੀ ਆ ਗਏ। ਬੜੇ ਆਦਰ ਨਾਲ ਦੋਹਾਂ ਨੇ ਪਾਸ ਬਿਠਾਇਆ।
ਵਾਹਿਗੁਰੂ ਦਾ ਜਸ ਤੇ ਗੁਰੂ ਨਾਨਕ ਦੀ ਮਿਹਰ ਕੀਰਤੀ ਹੋਈ। ਫਿਰ ਸਤਸੰਗ ਦੀ ਗੱਲਬਾਤ ਹੁੰਦੇ ਬਾਤਚੀਤ ਇਸ ਢੰਗਪੁਰ ਆ ਗਈ। ਕਮਾਲ, ਮੈਨੂੰ ਰੱਬ ਕਿਉਂ ਨਾ ਦਿਸਿਆ? ਹੱਸੂ, ਉਹ ਇੰਨਾ ਸਾਡੀਆਂ ਅੱਖਾਂ ਦਾ ਵਿਸ਼ਾ ਨਹੀਂ ਸੀ। ਉਹ ਸਭ ਦਾ ਦੇਖਣਹਾਰ ਹੈ, ਪਰ ਉਹ ਕਿਸੇ ਦਾ ਦਿਸਣਹਾਰ ਨਹੀਂ। ਇਹ ਅਣਹੋਣਾ ਹੈ ਕਿ ਉਹ ਸਾਡੀਆਂ ਅੱਖਾਂ ਦਾ ਦ੍ਰਿਸ਼ ਬਣੇ। ਨਦੀਆਂ ਸਮੁੰਦਰ ਨੂੰ ਮਿਲਦੀਆਂ ਹਨ, ਸਮੁੰਦਰ ਉਹਨਾਂ ਨੂੰ ਗੋਦ ਵਿੱਚ ਲੈ ਜਾਂਦਾ ਹੈ। ਨਦੀਆਂ ਸਮੁੰਦਰ ਦਾ ਪਾਰਾਵਾਰ ਨਹੀਂ ਪਾ ਸਕਦੀਆਂ, ਸ਼ਰਨ ਸਮਾ ਕੇ ਸੁੱਖ ਪਾਉਂਦੀਆਂ ਹਨ। ਕਮਾਲ, ਮੈਨੂੰ ਉਹ ਸ਼ਰਨ ਕਿਉਂ ਨਾ ਲੱਭੀ? ਹੱਸੂ, ਤੁਸੀਂ ਅਨੰਤ ਦੇ ਅੰਤ ਲੈਣ ਵਿੱਚ ਲੱਗ ਰਹੇ ਸੋ। ਤੁਸਾਂ ਨੂੰ ਲਿਵ ਪ੍ਰਾਪਤ ਨਹੀਂ ਸੀ। ਅੱਖਾਂ ਨੂੰ ਜਗਤ ਤੋਂ ਹੋੜ ਕੇ ਮਨ ਬੁੱਧ ਵਿੱਚ ਆਉਣ ਵਾਲੇ ਇੱਕ ਆਪਣੇ ਖਿਆਲ ਦੇ ਘੜੇ ਅਰੇਕ ਅਰੂਪ ਵਜੂਦ ਨੂੰ ਅੱਖਾਂ ਅੱਗੇ ਲਿਆਉਂਦੇ ਸੋ, ਤੇ ਉਹ ਤੁਹਾਡਾ ਆਪਣਾ ਮਨ ਹੀ ਸੀ। ਜਿਵੇਂ ਸੁਪਨੇ ਵਿੱਚ ਮਨ ਆਪਣੇ ਖਿਆਲ ਦੇ ਮਸਾਲੇ ਨਾਲ ਹੀ ਰਚਨਾ ਰਚ ਲੈਂਦਾ ਹੈ, ਤਿਵੇਂ ਤੁਸੀਂ ਖਿਆਲ ਦਾ ਰੱਬ ਰਚਦੇ ਸੋ। ਸੋ ਤੁਹਾਡੇ ਮਨ ਦੇ ਅੱਗੇ ਮਨ ਹੀ ਖੜਾ ਸੀ, ਅਨੰਤ ਨਾਲ ਕੋਈ ਜੋੜ ਨਹੀਂ ਸੀ ਜੁੜਿਆ। ਇਹ ਅਜੋੜ ਦਸ਼ਾ ਸਾਕਤ ਦਸ਼ਾ ਹੈ। ਮਨ ਸਾਈਂ ਨਾਲ ਨਹੀਂ ਜੁੜਿਆ, ਉਸ ਤੋਂ ਵਿੱਥ ਤੇ ਹੈ। ਬ੍ਰਹਮਦਾਸ ਜੀ ਕਿਸੇ ਖਿਆਲ ਦਾ ਘੜਿਆ ਪੱਥਰ ਗਲ ਵਿੱਚ ਪਾਈ ਫਿਰਦੇ ਸੀ। ਤੁਸੀਂ ਆਪਣੇ ਖਿਆਲ ਦਾ ਖੁਦਾ ਘੜ ਕੇ ਮਨ ਦੇ ਗਲ ਲਟਕਾਈ ਫਿਰਦੇ ਸੋ। ਠਾਕੁਰ ਤੋਂ ਕੀ ਰੱਬ ਤੋਂ ਦੋਵੇਂ ਵਿੱਥ ਤੇ ਰਹੇ ਹੋ। ਜਦ ਤੁਸਾਂ ਨੂੰ ਸਤਿਗੁਰੂ ਨਾਨਕ ਦੇਵ ਮਿਲੇ, ਉਹਨਾਂ ਨੇ ਤੁਹਾਡੇ ਅੰਦਰਲੇ ਨੂੰ ਅੰਦਰਲੇ ਦੇ ਆਸਰੇ ਵਾਹਿਗੁਰੂ ਦੀ ਸ਼ਰਨ ਮਿਲਾ ਦਿੱਤੀ, ਲਿਵ ਲਾ ਦਿੱਤੀ। ਲਿਵ ਦਾ ਅਰਥ ਹੈ ਵਾਹਿਗੁਰੂ ਦੀ ਸ਼ਰਨ ਨਾਲ ਲਗਾਤਾਰ ਮੇਲ ਹੋ ਜਾਣਾ। ਜੋ ਕੁਝ ਤੁਸੀਂ ਹੁਣ 8 ਪਹਿਰ ਸਵਾਸ ਅੰਤਰਾਤਮੇ ਪ੍ਰਤੀਤ ਕਰ ਰਹੇ ਹੋ, ਇਹ ਲਿਵ ਹੈ। ਕਮਾਲ, ਮੇਰੇ ਤੇ ਤਾਂ ਮਿਹਰ ਹੋਈ ਹੈ, ਪਰ ਕੀ ਸਾਧਨ ਵੀ ਕੋਈ ਹੈ? ਹੱਸੂ, ਮਿਹਰ ਹੀ ਸਾਧਨ ਹੈ। ਵਾਹਿਗੁਰੂ ਮਿਹਰ ਦੀ ਮਿਹਰ ਹੀ ਸਭ ਕੁਝ ਹੈ। ਸਾਧਨ ਮਿਹਰ ਹੈ, ਮਿਹਰ ਨਾਮ ਹੈ, ਨਾਮ ਸਾਧਨ ਹੈ, ਨਾਮ ਮਿਹਰ ਹੈ। ਨਿਹਾਲ ਕਰਨ ਵਾਲਾ ਗੁਰੂ ਕਾ ਸ਼ਬਦ ਸਾਈਂ ਦਾ ਨਾਮ ਹੈ। ਇਸ ਨਾਲ ਅੰਦਰਲਾ ਘੋਲ ਫੁੱਲ ਵਾਂਗੂ ਖਿੜਦਾ ਹੈ ਤੇ ਹਰ ਵੇਲੇ ਸੱਚੇ ਰੰਗ ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁੱਖ ਨਾਲ ਅੰਦਰ ਰੰਗਿਆ ਰਹਿੰਦਾ ਹੈ। ਉਹ ਰਸ ਸਰੀਰਕ ਰਸਾਂ ਵਾਂਗੂ ਤ੍ਰਿਖਾ ਤੇ ਛੇਤੀ ਉਤਰਨ ਵਾਲਾ ਰੰਗ ਨਹੀਂ ਹੁੰਦਾ। ਬ੍ਰਹਮ, ਜ਼ਰਾ ਕਿਰਪਾ ਕਰਕੇ ਲਿਵ ਬਾਰੇ ਲਿਵਧਾਰੀ ਦਾ ਰੂਪ ਦੱਸਣਾ। ਉਸ ਦਾ ਮਨ ਕੀਕੂ ਦਾ ਹੁੰਦਾ ਹੈ। ਹੱਸੂ, ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਹੁੰਦਾ। ਫੁਰਨਾ ਵਸ ਵਿੱਚ ਹੁੰਦਾ ਹੈ ਤੇ ਚੇਤੇ ਵਿੱਚ, ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤੀ ਦਾ ਰਸ ਤੇ ਅਨੁਭਵ ਬਣਿਆ ਰਹਿੰਦਾ ਹੈ। ਜਿਵੇਂ ਮਾਂ ਦੀ ਗੋਦੀ ਵਿੱਚ ਪਏ ਬਾਲ ਨੂੰ ਗੋਦਵਾਸ ਦਾ ਸੁੱਖ ਖੀਵੇ ਰੱਖਦਾ ਹੈ, ਤਿਵੇਂ ਉਹ ਮਨ ਨਿਰੰਤਰ ਸ਼ਰਨ ਵਸਣ ਦੇ ਸੁੱਖ ਵਿੱਚ ਰਹਿੰਦਾ ਹੈ। ਸੋਚ ਫਿਕਰ ਵਿਚਾਰਾਂ ਸੰਕਲਪਾਂ ਦੀਆਂ ਤੰਦਨ ਤਾਣੀਆਂ ਵਿੱਚ ਨਹੀਂ ਰੁੜਦਾ ਰਹਿੰਦਾ। ਸਾਈਂ ਸਮਾਲ ਦੀ ਇੱਕ ਤਾਰ ਲਿਵ ਬੰਨੀ ਰੱਖਦੀ ਹੈ। ਸਹਿਜ ਆਨੰਦ ਦੀ ਪ੍ਰਾਪਤੀ ਅੰਦਰ ਟੁਰੀ ਰਹਿੰਦੀ ਹੈ। ਬ੍ਰਹਮ, ਠੰਡਾ ਸਾਹ ਲੈ ਕੇ, ਸਤਿਗੁਰੂ ਦੀ ਮਿਹਰ ਨੇ ਲਿਵ ਬਖਸ਼ ਕੇ ਮੈਨੂੰ ਜਵਾਲ ਦਿੱਤਾ ਹੈ। ਮੈਂ ਵੇਖਦਾ ਹਾਂ ਕਿ ਮੈਂ ਜੋ ਅਨੁਭਵ ਸਤਿਗੁਰਾਂ ਤੋਂ ਪਾਇਆ ਹੈ, ਉਹ ਤੁਸੀਂ ਕਹਿ ਰਹੇ ਹੋ। ਇਹ ਲਿਵ ਹੋਸੀ ਜਾਂ ਲਿਵ ਬਣ ਜਾਸੀ। ਪਰ ਇਹ ਦੱਸੋ ਕਿ ਇਹ ਤਾਂ ਅੰਦਰਲੇ ਦੀ ਅਵਸਥਾ ਹੋਈ, ਲਿਵ ਵਾਲੇ ਦੀ ਦ੍ਰਿਸ਼ਟੀ ਕੀ ਹੋਵੇਗੀ? ਹੱਸੂ, ਉਸ ਦੀ ਦ੍ਰਿਸ਼ਟੀ ਸਤਿਗੁਰੂ ਨੇ ਦੱਸੀ ਹੈ। ਤਾਕਾ ਅੰਤ ਨ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਏ ਦਾ। ਅਰਥਾਤ ਜਿਨ੍ਹਾਂ ਨੂੰ ਸਤਿਗੁਰੂ ਤੋਂ ਸੋਝੀ ਹੋਈ ਹੈ, ਉਹ ਬਿਸਮਾਦ ਵਿੱਚ ਰਤੇ ਹਨ। ਉਹ ਗੁਣ ਗਾਉਂਦੇ ਹਨ ਬਿਸਮਾਦ ਹੋਏ ਹੋਏ। ਭਾਵ ਇਹ ਕਿ ਉਹਨਾਂ ਦੀ ਦ੍ਰਿਸ਼ਟੀ ਬਿਸਮਾਦ ਵਿੱਚ ਰਹਿੰਦੀ ਹੈ। ਬ੍ਰਹਮ, ਇਹ ਜ਼ਰਾ ਖੋਲ੍ਹਣਾ। ਹੱਸੂ, ਲਿਵਧਾਰੀ ਦੀਆਂ ਅੱਖਾਂ ਪਦਾਰਥਾਂ ਤੇ ਚੀਜ਼ਾਂ ਨੂੰ ਤੱਕ ਕੇ ਇਹਨਾਂ ਦੇ ਬਾਹਰਲੇ ਰੂਪ ਵਿੱਚ ਹੀ ਨਹੀਂ ਰਹਿੰਦੀਆਂ। ਉਸ ਨੂੰ ਹਰ ਸ਼ੈ ਵਿੱਚ ਹਰ ਰੂਪ ਨਜ਼ਰ ਪੈਂਦਾ ਹੈ। ਜਿਸ ਤਰ੍ਹਾਂ ਤ੍ਰਿਖਾਵੰਤ ਦੀਆਂ ਅੱਖਾਂ ਲਟਕਦੇ ਸੰਤਰੇ ਨੂੰ ਤੱਕ ਕੇ ਉਸ ਵਿੱਚ ਤ੍ਰੈ ਬੁਝਾਉਣ ਤੇ ਦਿਲ ਖਿੜਾ ਦੇਣ ਵਾਲੇ ਸੁਆਦੀ ਰਸ ਨੂੰ ਅਨੁਭਵ ਕਰਦੀਆਂ ਹਨ, ਪਰ ਇੱਕ ਬਾਲਕਾ ਜਿਸ ਨੇ ਸੰਤਰਾ ਕਦੇ ਚੱਖਿਆ ਨਹੀਂ, ਸੰਤਰੇ ਵਿੱਚ ਰੰਗ ਰੂਪ ਗੁਲਿਆਈ ਤੇ ਆਪਣੀ ਖੇਡ ਦਾ ਸਮਾਨ ਇੱਕ ਖਿੱਦੂ ਵੇਖਦਾ ਹੈ, ਉਸ ਨੂੰ ਸੁਆਦ ਤੇ ਦਿਲ ਖੇੜੇ ਵਾਲੇ ਸੰਤਰੇ ਦਾ ਰੂਪ ਦਾ ਝਲਕਾ ਨਹੀਂ ਵੱਜਦਾ। ਇਸ ਤਰ੍ਹਾਂ ਲਿਵਧਾਰੀ ਨੂੰ ਹਰ ਸ਼ੈ ਵਿੱਚ ਇੱਕ ਸਹਿਜ ਆਨੰਦੀ ਝਲਕਾ ਵੱਜਦਾ ਹੈ। ਇਹ ਝਲਕਾ ਉਸ ਦੀ ਨਜ਼ਰ ਨੂੰ ਵਿਸਮਾਦ ਵਿੱਚ ਰੱਖਦਾ ਹੈ। ਵਿਸਮਾਦ ਤੋਂ ਉਪਜੀ ਦ੍ਰਿਸ਼ਟੀ ਉਹ ਹੈ ਜੋ ਸਹਿਜ ਆਨੰਦੀ ਰੰਗ ਵਿੱਚ ਮਤੀ ਹੋਈ ਹਰ ਸ਼ੈ ਵਿੱਚ ਅੰਮ੍ਰਿਤ ਦਾ ਪ੍ਰਭਾਵ ਪ੍ਰਤੀਤ ਕਰਦੀ ਹੈ ਤੇ ਹਰ ਸ਼ੈ ਵਿੱਚੋਂ ਉਹ ਅੰਮ੍ਰਿਤ ਖਿੱਚਦੀ ਹੈ। ਅਰਥਾਤ ਸਿਫਤ ਸਲਾਹ ਦਾ ਰਸ ਲੈਂਦੀ ਹੈ ਤੇ ਸੋਚ ਮੰਡਲ ਤੋਂ ਉਚੇਰੀ ਉਚੇਰੀ ਰਹਿੰਦੀ ਹੈ। ਜਿਹਾ ਕੁ ਸਾਡੇ ਗੁਰੂ ਬਾਬੇ ਜੀ ਹਰ ਸ਼ੈ ਵਿੱਚ ਵਿਸਮਾਦ ਵੇਖਦੇ ਹਨ,
ਇੱਕ ਦਿਨ ਸ਼੍ਰੀ ਸਤਿਗੁਰੂ ਜੀ ਨੇ ਅਸਾਂ ਨੂੰ ਆਪਣੀ ਵਿਸਮਾਦ ਦ੍ਰਿਸ਼ਟੀ ਦਾ ਹਾਲ ਇੰਜ ਦੱਸਿਆ ਸੀ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ। ਬ੍ਰਹਮ ਜਦ ਅੰਦਰ ਲਿਵ ਹੈ ਤੇ ਦ੍ਰਿਸ਼ਟੀ ਵਿੱਚ ਵਿਸਮਾਦ ਹੈ, ਫਿਰ ਸੇਵਾ ਕੀ ਹੋਈ? ਮੈਨੂੰ ਪਹਿਲਾਂ ਸੇਵਾ ਦਾ ਹੁਕਮ ਹੋਇਆ ਸੀ। ਹੱਸੂ ਤੱਕੋ ਨਾ ਭਾਈ ਜੀ, ਅਸੀਂ ਨਿਰਾ ਮਨ ਨਹੀਂ ਹਾਂ, ਸਰੀਰ ਵੀ ਹਾਂ। ਅਸੀਂ ਨਿਰੀ ਵਿਚਾਰ ਨਹੀਂ, ਕਰਮ ਵੀ ਹਾਂ। ਅਸੀਂ ਨਿਰੀ ਬੁੱਧੀ ਨਹੀਂ, ਵਲਵਲੇ ਵਾਲੇ ਵੀ ਹਾਂ। ਅਸੀਂ ਇੱਕ ਤੱਤ ਮਾਤਰ ਹੀ ਨਹੀਂ, ਸ਼ਖਸੀਅਤ ਵੀ ਹਾਂ। ਸਾਡੀ ਉਚਾਈ ਸਭ ਪਾਸਿਆਂ ਦੀ ਮਿਲਵੀ ਤੁਲਵੀ ਉਚਾਈ ਹੈ। ਪਹਿਲਾ ਲਿਵ ਅੰਦਰਲੇ ਦੀ ਅਵਸਥਾ ਹੈ। ਆਪਣੇ ਕਰਤਾਰ, ਕਾਦਰ, ਮਾਲਕ, ਪਾਲਕ ਨਾਲ ਜੁੜੇ ਰਹਿਣਾ, ਲੱਗੇ ਰਹਿਣਾ। ਦੂਸਰਾ, ਇਉਂ ਅੰਦਰਲਾ ਆਪੇ ਵਿੱਚ ਇੱਕ ਰਸ ਭਰੀ ਉਚਿਆਣ ਦੀ ਪ੍ਰਤੀਤੀ ਵਿੱਚ ਰਹਿੰਦਾ ਹੈ। ਤੀਸਰਾ, ਇਸ ਉਨਮਨ ਦੀ ਦ੍ਰਿਸ਼ਟੀ ਜਦ ਵਿਸਮਾਦੀ ਝਲਕ ਵਿੱਚ ਹੁੰਦੀ ਹੈ ਤਾਂ ਜਿੱਧਰ ਪੈਂਦੀ ਹੈ ਸੁੰਦਰਤਾ ਦਾ ਰੰਗ ਦੇਖਦੀ ਹੈ। ਇਸ ਦ੍ਰਿਸ਼ਟੀ ਵਿੱਚ ਸਿਫਤ ਸਲਾਹ ਦਾ ਰੰਗ ਭਰਿਆ ਹੁੰਦਾ ਹੈ। ਜਿੱਧਰ ਇਹ ਦ੍ਰਿਸ਼ਟੀ ਪੈਂਦੀ ਹੈ ਰਸ ਤੇ ਅੰਮ੍ਰਿਤ ਖਿੱਚਦੀ ਹੈ, ਸਭ ਦ੍ਰਿਸ਼ਟਮਾਨ ਵਿੱਚੋਂ। ਚੌਥਾ, ਕਦੇ ਕਦੇ ਇੱਕ ਵਿਸਮਾਦ ਵਰਗਾ ਝਲਕਾ ਸੁੱਤੇ ਵੀ ਕਿਸੇ ਨੂੰ ਵੱਧ ਸਕਦਾ ਹੈ। ਅਲੌਕਿਕ ਸੁੰਦਰਤਾ ਦਾ ਝਲਕਾ ਕਦੇ ਵਿਸਮਾਦ ਵਿੱਚ ਲੈ ਜਾਂਦਾ ਹੈ। ਉਸ ਵੇਲੇ ਜੇ ਮਨ ਤ੍ਰਿਸ਼ਨਾ ਦੇ ਭਾਵ ਵਿੱਚ ਚਲਾ ਜਾਵੇ ਤਾਂ ਵਿਸਮਾਦ ਦਾ ਰੰਗ ਉੱਡ ਜਾਂਦਾ ਜਾਂ ਫਿੱਕਾ ਪੈ ਜਾਂਦਾ ਹੈ। ਪੰਜਵਾਂ, ਉੱਪਰਲੀ ਸਾਰੀ ਖੇਡ ਅੰਦਰਲੇ ਦੀ ਉਚਾਈ ਦੀ ਹੈ। ਇਹ ਖੇਡ ਉਹਨਾਂ ਬ੍ਰਿਤੀਆਂ ਤੋਂ ਜੋ ਸਾਡੀਆਂ ਪਸ਼ੂਆਂ ਨਾਲ ਸਾਂਝੀਆਂ ਹਨ, ਉਚੇਰੀ ਅਵਸਥਾ ਹੈ। ਛੇਵਾਂ, ਅਸੀਂ ਸਰੀਰ ਧਾਰੀ ਹਾਂ। ਸਰੀਰ ਦੀ ਬਨਾਵਟ ਤੇ ਰੁਚੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ। ਇਹਨਾਂ ਨੂੰ ਕਰੜੇ ਤਪਾਂ ਹੱਠਾਂ ਧੱਕੇ ਧੋੜਿਆਂ ਨਾਲ ਮਾਰਿਆਂ ਕੋਇਆਂ ਸਰੀਰ ਤੇ ਮਨ ਅਰੋਗ ਨਹੀਂ ਰਹਿੰਦੇ। ਗੁਰੂ ਬਾਬੇ ਦੀ ਮੱਤ ਨਾਲ ਇਹਨਾਂ ਨੂੰ ਉਨਤ ਕਰੀਦਾ ਹੈ। ਇਹ ਮਾਰਗ ਕੇਵਲ ਇਸ ਦਾਤੇ ਗੁਰੂ ਨੇ ਦੱਸਿਆ ਹੈ। ਪੰਜਾਂ ਨੂੰ ਮਾਰੋ ਨਹੀਂ, ਸੁਗਾਤ ਬਣਾਓ, ਉਨਤ ਕਰੋ। ਉਨਤ ਕਰਨ ਦੇ ਸਾਧਨ ਕੁਦਰਤੀ ਨਿਰਦੋਸ਼ ਸੁੰਦਰਤਾ ਦਾ ਰਸੀਆ ਹੋਣਾ ਹੈ ਤੇ ਬਾਣੀ ਕੀਰਤਨ ਨਾਮ ਵਿੱਚ ਚਾਉ ਨਾਲ ਲੱਗਣਾ, ਪਸ਼ੂਪਨੇ ਦੀਆਂ ਰੁਚੀਆਂ ਨੂੰ ਆਪਣੇ ਵੱਸ ਵਿੱਚ ਕਰਨਾ ਹੈ। ਵੱਸ ਵਿੱਚ ਕਰਨ ਦਾ ਉਪਰਾਲਾ ਕਿਸੇ ਸੋਹਣੀ ਡੋਲ ਦਾ ਹੋਵੇ, ਉਹ ਉਪਰਾਲਾ ਸੇਵਾ ਹੈ। ਸਾਡੇ ਮਨ ਦਾ ਸੁਭਾਅ ਹੈ ਕਿ ਇਹ ਲੈ ਕੇ, ਗ੍ਰਹਿਣ ਕਰਕੇ, ਧੱਕਾ ਕਰਕੇ, ਵਫਾ ਕੇ ਖੁਸ਼ ਹੁੰਦਾ ਹੈ। ਹੁਣ ਜੇ ਕਰੜੇ ਤਪ ਹੱਠ ਨਾਲ ਇਹਨਾਂ ਗਲਦਾਂ ਦੇ ਉਲਟ ਕਰੇਗਾ ਤਾਂ ਉਦਾਸ ਤੇ ਦੁਖੀ ਜਿਹਾ ਹੋ ਜਾਏਗਾ। ਜੋ ਚਾਉ ਵਿੱਚ ਭਰ ਕੇ ਦੇਣ ਦਾ ਸੁਭਾਅ ਬਣਾਏਗਾ, ਦੇ ਕੇ ਖਿੜੇਗਾ, ਭਲਾ ਕਰੇਗਾ ਤਾਂ ਪਸ਼ੂ ਬਿਰਤੀ ਦੇਵ ਬਿਰਤੀ ਵਿੱਚ ਉਨਤ ਹੋਏਗੀ। ਪਸ਼ੂ ਲੈਂਦਾ ਹੈ, ਢੁੱਡ ਮਾਰ ਕੇ ਖੋਂਦਾ ਹੈ। ਮਨੁੱਖ ਦਾ ਦਿਲ ਵੀ ਇਹੋ ਕੁਝ ਕਰਦਾ ਹੈ। ਪਰ ਜੋ ਦੇ ਕੇ ਭਲਾ ਕਰਕੇ ਦੂਏ ਦਾ ਸਵਾਰ ਕੇ ਖੁਸ਼ ਹੁੰਦਾ ਹੈ, ਉਹ ਪਸ਼ੂ ਸੁਭਾਅ ਤੋਂ ਉਲਟ ਟੁਰ ਪਿਆ ਹੈ ਤੇ ਉਹ ਸੁਖੈਨ ਵਿੱਚ ਆਪਣੇ ਤੇ ਕਾਬੂ ਪਾ ਰਿਹਾ ਹੈ। ਸਤਵਾਂ, ਫਿਰ ਜਿਸ ਨੇ ਦੇਵਤਾ ਬਣਨਾ ਹੈ ਉਸ ਨੂੰ ਸਤਿਗੁਰੂ ਜੀ ਗੁਰੂ ਤੇ ਗੁਰਮੁਖਾਂ ਦੀ ਸੇਵਾ ਦੱਸਦੇ ਹਨ। ਇਹ ਸੇਵਾ ਕਰਦਿਆਂ ਮਨ ਗੁਰੂ ਤੇ ਗੁਰਮੁਖਾਂ ਦੇ ਗੁਣਾਂ ਨੂੰ ਲੈਂਦਾ ਹੈ। ਇਹ ਸੇਵਾ ਮਨ ਨੂੰ ਨਿਰਮਾਣ ਕਰਦੀ ਹੈ ਤੇ ਨਿਰਮਾਣਤਾ ਮਨ ਦੀ ਮੈਲ ਧੋਂਦੀ ਹੈ ਤੇ ਉਧਰੋਂ ਗੁਰੂ ਸਤਸੰਗ ਦੀ ਖੁਸ਼ੀ ਉਸ ਦੀ ਮੈਲ ਕੱਟਦੀ ਹੈ, ਜਿਸ ਦਾ ਫਲ ਇਹ ਹੁੰਦਾ ਹੈ ਕਿ ਮਨ ਨਾਮ ਨਿਵਾਸ ਲਈ ਤਿਆਰ ਹੋ ਜਾਂਦਾ ਹੈ। ਸਰਬ ਸੇਵਾ ਦਾ ਫਲ ਮਨ ਵਿੱਚ ਨਾਮ ਨਿਵਾਸ ਹੈ। ਹੋਰ ਦੂਜੇ ਭਾਏ ਦੀ ਸੇਵਾ ਜੋ ਦਿਖਾਵੇ ਲਈ ਕਰੀਦੀ ਹੈ, ਠੀਕ ਨਹੀਂ ਹੈ। ਸੇਵਾ ਮਨ ਦੀ ਸੁੱਧੀ, ਕਰਮ ਦੀ ਸਫਾਈ ਲਈ ਹੈ, ਨਾਮ ਵਿੱਚ ਸਥਿਤ ਕਰਨ ਲਈ ਹੈ। ਸੇਵਾ ਸਤਿਗੁਰੂ ਜੀ ਹੁਕਮ ਵਿੱਚ ਕਰਵਾਉਂਦੇ ਹਨ। ਜੋ ਸੇਵਾ ਨੂੰ ਹੁਕਮ ਸਮਝ ਕੇ ਨਹੀਂ ਕਰਦਾ, ਉਸ ਦਾ ਮਨ ਸਾਫ਼ ਨਹੀਂ ਹੁੰਦਾ, ਕਿਉਂਕਿ ਉਹ ਸੇਵਾ ਮਨ ਦੀ ਮੱਤ ਨਾਲ ਕਰਦਾ ਹੈ। ਮਨ ਦੀ ਮੱਤ ਹਉਮੈ ਹੈ। ਹਉਮੈ ਦੇ ਕੀਤੇ ਕੰਮ ਕੂੜੇ ਦੀ ਭਾਲ ਵਿੱਚ ਫਸਾਈ ਰੱਖਦੇ ਹਨ। ਉਹਨਾਂ ਦਾ ਫਲ ਮਨ ਦੀ ਸਫਾਈ ਨਹੀਂ ਹੁੰਦਾ। ਸਾਡੇ ਕਰਮ ਮਾੜੇ ਹਨ, ਅਸੀਂ ਮਨ ਦੇ ਮਗਰ ਟੁਰਦੇ ਹਾਂ। ਅੰਦਰ ਸਾਡੇ ਤ੍ਰਿਸ਼ਨਾ ਹੈ। ਉਸ ਤੋਂ ਸਾਡੇ ਕਰਮ ਸਾਨੂੰ ਅਤ੍ਰਿਪਤ ਮਾਇਆ ਵਿੱਚ ਫਸਾਉਂਦੇ ਹਨ। ਇਸ ਮਾਇਆ ਦੀ ਫਾਈ ਤੋਂ ਛੁਟਕਾਰਾ ਦੇਣ ਲਈ ਸਤਿਗੁਰੂ ਜੀ ਸਾਡੇ ਕਰਮਾਂ ਨੂੰ ਗੁਰੂ ਤੇ ਸਾਧ ਸੰਗਤ ਦੀ ਸੇਵਾ ਵਿੱਚ ਲਾਉਂਦੇ ਹਨ ਤੇ ਸੇਵਾ ਕਰਨੀ ਹੁਕਮ ਤੋਂ ਸਮਝਾਉਂਦੇ ਹਨ। ਹੁਕਮ ਸਮਝ ਕੇ ਜੋ ਸੇਵਾ ਕਰੀਦੀ ਹੈ ਉਸ ਵਿੱਚ ਹਉਮੈ ਦੀ ਪਕੜ ਘਟਦੀ ਜਾਂਦੀ ਹੈ, ਤ੍ਰਿਸ਼ਨਾ ਨੀਵੀਂ ਹੁੰਦੀ ਜਾਂਦੀ ਹੈ ਤੇ ਅੰਤ ਮਨ ਸਵੱਛ ਹੋ ਕੇ ਨਿਖਰਦਾ ਹੈ। ਬ੍ਰਹਮ ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ, ਲਿਆਕਤ, ਤਰਸ, ਮੈਂ ਦਿਆਲੂ ਸੁਭਾਵੀ ਹਾਂ, ਐਸੇ ਮਨ ਦੇ ਸੰਕਲਪਾਂ ਨਾਲ ਨਹੀਂ, ਪਰ ਕੇਵਲ ਇਸ ਲਈ ਕਿ ਇਹ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ
ਤੇ ਇਹ ਸੇਵਾ ਕਰਨੀ ਇੱਕ ਹੁਕਮ ਹੈ। ਦੂਜੀ ਸੇਵਾ। ਹੱਸੂ। ਜਦ ਲਿਵ ਲੱਗ ਗਈ ਹੈ, ਦ੍ਰਿਸ਼ਟੀ ਵਿਸਮਾਦ ਹੋ ਗਈ ਹੈ, ਵੇਖ ਵਿਡਾਨ ਰਹਿਆ ਵਿਸਮਾਦ ਵਾਲੀ ਪੂਰੇ ਭਾਗਾਂ ਦੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ, ਫਿਰ ਵੀ ਸਤਿਗੁਰੂ ਆਖਦਾ ਹੈ ਕਿ ਜਗਤ ਵਿੱਚ ਵਸਣਾ ਹੈ ਤੇ ਵਰਤਨ ਹੋਣੀ ਹੈ। ਤਦੋਂ ਵੀ ਜੋ ਵਰਤਨ ਹੋਣੀ ਹੈ ਉਹ ਸੇਵਾ ਹੈ, ਪਰ ਉਹ ਸੇਵਾ ਵਿਸਮਾਦ ਦ੍ਰਿਸ਼ਟੀ ਵਿੱਚ ਹੈ ਤੇ ਸਹਿਜ ਸੁਭਾਅ ਹੈ। ਇਸ ਲਈ ਮੈਂ ਫਿਰ ਬੇਨਤੀ ਕਰਨੀ ਹੈ ਕਿ ਪਸ਼ੂ ਬਿਰਤੀ ਕੀ ਹੈ। ਪਹਿਲੋਂ ਆਖੀ ਗੱਲ ਫਿਰ ਦੁਹਰਾਉਂਦਾ ਹਾਂ। ਪਸ਼ੂ ਬਿਰਤੀ ਇਹ ਹੈ ਕਿ ਮੈਂ ਸੁਖੀ ਹੋਵਾਂ, ਹੋਰ ਕੋਈ ਸੁਖੀ ਹੋਵੇ ਚਾਹੇ ਨਾ ਹੋਵੇ। ਜਿਨ੍ਹਾਂ ਮਨੁੱਖਾਂ ਵਿੱਚ ਇਹ ਬਿਰਤੀ ਕੰਮ ਕਰਦੀ ਹੈ ਉਹ ਮਨੁੱਖ ਪਸ਼ੂ ਸਮਾਨ ਹੀ ਹਨ। ਪਸ਼ੂ ਵਿੱਚ ਮਨ ਹੈ ਪਰ ਮਨੁੱਖ ਵਰਗੀ ਬੁੱਧੀ ਨਹੀਂ। ਆਦਮੀ ਵਿੱਚ ਜੋ ਬੁੱਧੀ ਹੈ ਉਸ ਨਾਲ ਆਦਮੀ ਸੋਚ ਲੈਂਦਾ ਹੈ, ਜੀਕੂ ਮੈਂ ਆਪਣੇ ਸੁੱਖ ਲਈ ਦੂਜੇ ਦੇ ਸੁੱਖ ਦੀ ਪਰਵਾਹ ਨਹੀਂ ਕਰਦਾ। ਇਸ ਤਰ੍ਹਾਂ ਦੂਏ ਆਪਣੇ ਸੁੱਖ ਲਈ ਮੇਰੇ ਸੁੱਖ ਦੀ ਪਰਵਾਹ ਨਹੀਂ ਕਰਦੇ ਤੇ ਫਲ ਇਹ ਹੈ ਕਿ ਇਸ ਧੱਕੋ ਧੋੜੇ ਨਾਲ ਮੈਂ ਵੀ ਦੁੱਖ ਪਾਉਂਦਾ ਹਾਂ ਤੇ ਲੋਕੀ ਵੀ। ਤਦੋਂ ਮਨੁੱਖ ਇਹ ਸੋਚਦਾ ਹੈ ਕਿ ਦੂਜਾ ਮੇਰੇ ਨਾਲ ਇਸ ਤਰ੍ਹਾਂ ਵਰਤੇ ਤਾਂ ਮੈਂ ਸੁਖੀ ਹੁੰਦਾ ਹਾਂ, ਤੇ ਇਸ ਦਾ ਦਾਰੂ ਇਹ ਹੈ ਕਿ ਮੈਂ ਦੂਜੇ ਨਾਲ ਇੰਜ ਵਰਤਾਂ ਕਿ ਜੀਕੂ ਮੈਂ ਲੋਚਦਾ ਹਾਂ ਕਿ ਉਹ ਮੇਰੇ ਨਾਲ ਵਰਤੇ। ਜਦੋਂ ਇਹ ਸਮਝ ਆ ਕੇ ਮਨੁੱਖ ਵਿੱਚ ਹੱਕ ਨੇ ਹੱਕ ਪਛਾਣ ਕੇ ਵਰਤਨ ਸ਼ੁਰੂ ਹੋ ਜਾਂਦੀ ਹੈ, ਤਦੋਂ ਇੱਕ ਦੂਏ ਦਾ ਸੁੱਖ ਵੱਧ ਜਾਂਦਾ ਹੈ ਤੇ ਦੁੱਖ ਘਟ ਜਾਂਦਾ ਹੈ। ਫਿਰ ਆਦਮੀ ਵੇਖਦਾ ਹੈ ਕਿ ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ, ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ, ਮੈਂ ਜੋ ਜਾਤਾ ਹੈ ਉਹ ਕੁਝ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਪਹਿਲੇ ਵਿਚਾਰ ਨਾਲ ਜੀਵਨ ਵਿੱਚ ਧਰਮ ਕਾਇਮ ਹੋਇਆ ਸੀ, ਭਈ ਇੱਕ ਦੂਜੇ ਦੇ ਹੱਕ ਪਛਾਣਨੇ, ਨਿਆਂ ਕਰਨਾ, ਧੱਕਾ ਹੋੜਾ ਨਹੀਂ ਕਰਨਾ। ਹੁਣ ਉਸ ਵਿੱਚ ਦਇਆ ਆਈ ਕਿ ਉਹ ਜਾਣੇ ਜੇ ਅਗਲੇ ਨੇ ਭੁੱਲ ਕੀਤੀ ਹੈ ਤਾਂ ਮੈਂ ਖਿਮਾ ਕਰਾਂ ਤੇ ਮੈਂ ਉਹ ਵਰਤਨ ਵਰਤਾਂ ਜੋ ਮੈਨੂੰ ਸੋਚਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਦਾ ਸੂਤ ਇਉਂ ਕਾਇਮ ਹੁੰਦਾ ਹੈ। ਅਰਥਾਤ ਇਸ ਧਰਮ ਨੇ ਜੋ ਜੇ ਦਇਆ ਦਾ ਪੁੱਤ ਬਣਾ ਦਿੱਤਾ ਜਾਵੇ ਅਤੇ ਜਿਸ ਵਿੱਚ ਸੰਤੋਖ ਦਾ ਵਾਸਾ ਕਰਾ ਦਿੱਤਾ ਜਾਵੇ, ਜਗਤ ਵਿੱਚ ਸੂਤ ਕਾਇਮ ਕਰਨਾ ਹੈ। ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜਦੋਂ ਸੰਤੋਖ ਧਾਰ ਕੇ, ਦਇਆ ਬਿਰਤੀ ਧਾਰ ਕੇ ਧਰਮਪੁਰ ਟੁਰੀਦਾ ਹੈ ਤਾਂ ਸਾਡੀ ਵਰਤੋਂ ਇਸ ਸੇਵਾ ਦਾ ਦਰਜਾ ਰੱਖਦੀ ਹੈ। ਇਸ ਵਿੱਚ ਜੇ ਦੂਸਰੇ ਤੋਂ ਦੁੱਖ ਮਿਲੇ ਤਾਂ ਉਸ ਦੁੱਖ ਨਾਲ ਆਪਣੇ ਵਰਤਾਰੇ ਨੂੰ ਨਹੀਂ ਬਦਲਣਾ, ਪਰ ਜੇ ਐਸਾ ਜੀਵ ਨਾਮ ਜਪਦਾ ਹੈ ਤੇ ਹੁਕਮ ਪਛਾਣਨ ਦਾ ਯਤਨ ਕਰਦਾ ਹੈ, ਤਦ ਉਹ ਇਸ ਵਿੱਚ ਇਹ ਭਾਵਨਾ ਵੀ ਨਹੀਂ ਰੱਖੇਗਾ ਕਿ ਮੈਂ ਕੁਰਬਾਨੀ ਕਰ ਰਿਹਾ ਹਾਂ। ਉਹ ਆਪਣੇ ਰੰਗ ਵਿੱਚ ਲੱਗਾ ਰਹੇਗਾ ਤੇ ਉਸ ਦੀ ਸਹਿਜ ਸੁਭਾਅ ਵਰਤਨ ਹੀ ਐਸੀ ਹੋ ਜਾਵੇਗੀ ਜੋ ਧਰਮ, ਦਇਆ ਤੇ ਸੰਤੋਖ ਵਾਲੀ ਹੋਵੇਗੀ। ਜਗਤ ਪਰ ਐਸੇ ਬੰਦਿਆਂ ਦਾ ਕਾਲ ਹੈ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਆ ਕੇ ਸੁਕਾਲ ਕਰ ਦਿੱਤਾ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਲਿਵ ਹੈ ਤੇ ਬਾਹਰ ਵਰਤੋਂ ਪਿਆਰ ਤੇ ਦਇਆ ਦੀ ਹੈ। ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਵਿਸਮਾਦ ਵਸਿਆ ਹੈ, ਉਹਨਾਂ ਨੂੰ ਫਿਰ ਉੱਚੀ ਦ੍ਰਿਸ਼ਟੀ ਇਹ ਹੋ ਜਾਂਦੀ ਹੈ ਕਿ ਹਰ ਥਾਂ ਅਨੰਤ ਦੇ ਝਲਕੇ ਵੱਜਦੇ ਹਨ। ਜੀਕੂ ਮੈਂ ਕਿਹਾ ਸੀ ਕਿ ਅਜਾਣ ਬੱਚੇ ਨੂੰ ਸੰਗਤਰਾ ਖਿਡੌਣਾ ਦਿਸਦਾ ਹੈ, ਪਰ ਜਾਣਨਹਾਰ ਤ੍ਰਿਖਾਵੰਤ ਦ੍ਰਿਸ਼ਟੀ ਨੂੰ ਠੰਡ ਪਾਉਣ ਵਾਲਾ, ਦਿਲ ਖਿਡਾਉਣ ਵਾਲਾ ਅੰਮ੍ਰਿਤ ਰਸ ਦੀਦਾ ਹੈ। ਇੱਕੁਰ ਵਿਸਮਾਦ ਅੱਖਾਂ ਨੂੰ ਹਰ ਥਾਂ ਹਰੀ ਰੂਪ ਨਦਰੀ ਆਉਂਦਾ ਹੈ। ਉਹਨਾਂ ਜਾਗੇ ਸਜਣਾ ਦੀ ਵਰਤਨ ਇਸ ਹਰੀ ਰੂਪ ਨਾਲ ਹੁੰਦੀ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਜੋ ਵਰਤਾਓ ਉਹਨਾਂ ਤੋਂ ਕਿਸੇ ਨਾਲ ਹੁੰਦਾ ਹੈ, ਉਹ ਉਸ ਵਿੱਚ ਉਸ ਦੀ ਰੂਪਤਾ, ਕਰੂਪਤਾ, ਮੁਥਾਜੀ ਕੇ ਦੀਨਤਾ, ਹੱਕ ਕੇ ਅਨਹੱਕ ਆਦਿ ਵਿਚਾਰਾਂ ਤੋਂ ਉਚੇਰੇ ਹੋ ਜਾਂਦੇ ਹਨ। ਉਹਨਾਂ ਦੀ ਦ੍ਰਿਸ਼ਟੀ ਹਰ ਵਿੱਚ ਸਮਾਏ ਇਲਾਹੀ ਜਲਵੇ ਤੇ ਪੈਂਦੀ ਹੈ। ਜੋ ਕੁਝ ਵਰਤਾਓ ਉਹ ਕਿਸੇ ਨਾਲ ਕਰਦੇ ਹਨ, ਆਪਣੇ ਅਨੰਤ ਮਾਲਕ ਨਾਲ ਕਰਦੇ ਹਨ। ਇਹਨਾਂ ਦੇ ਮਨ ਆਪਣੇ ਰੱਬ ਦੇ ਹਰ ਵੇਲੇ ਦੇ ਆਗਮ ਵਿੱਚ ਚਾਉ ਭਰੇ ਰਹਿੰਦੇ ਹਨ। ਇਸ ਉੱਚੇ ਸੁੱਚੇ ਸੋਹਣੇ ਰੰਗ ਵਿੱਚ ਉਹ ਜੋ ਵਰਤਾਓ ਕਿਸੇ ਸੱਜਣ, ਵੈਰੀ, ਆਪਣੇ ਬੇਗਾਨੇ, ਮਨੁੱਖ, ਪਸ਼ੂ, ਪੰਛੀ ਕਿਸੇ ਨਾਲ ਕਰਦੇ ਹਨ, ਲਿਵ ਵਾਲੇ ਦਿਲ ਤੇ ਵਿਸਮਾਦ ਭਰੇ ਨੈਣਾ ਨਾਲ, ਦਿਸ ਰਹੇ ਇਲਾਹੀ ਜਲਵੇ ਨਾਲ ਕਰਦੇ ਹਨ, ਤੇ ਉਹਨਾਂ ਤੋਂ ਇਹ ਕੁਝ ਸਹਿ ਸੁਭਾਅ ਹੁੰਦਾ ਹੈ। ਉਹਨਾਂ ਦਾ ਮਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ, ਉਹਨਾਂ ਦੇ ਮਨਾਂ ਨਾਲ ਨਹੀਂ ਖਹਿੰਦਾ, ਉਹਨਾਂ ਦਾ ਮਨ ਅਨੰਤ ਨਾਲ ਖਹਿੰਦਾ ਹੈ। ਸੋ ਸਤਿਗੁਰੂ ਜੀ ਦੱਸਦੇ ਹਨ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਿਸ ਤਰ੍ਹਾਂ ਧਰਤੀ ਉੱਤੇ ਪੁੰਨਿਆਂ ਦੇ ਚੰਨ ਦੀ ਚਾਨਣੀ ਫੈਲ ਰਹੀ ਹੈ, ਦਰਜੀ ਉਸ ਚਾਨਣੀ ਨਾਲ ਗੋਦੜੀ ਸਿਉਂ ਰਿਹਾ ਹੈ। ਉਸ ਦੀ ਬਿਰਤੀ ਸੂਈ, ਧਾਗੇ, ਗੋਦੜੀ, ਮਜ਼ਦੂਰੀ ਦੇ ਪੈਸੇ ਦੇ ਸੁੱਖ ਵਿੱਚ ਤੇ ਮਿਹਨਤ ਦੇ ਥਕੇਵੇ ਤੇ ਅਕੇਵੇ ਵਿੱਚ ਹੈ, ਪਰ ਬੈਠਾ ਚਾਨਣੀ ਵਿੱਚ ਹੀ ਹੈ। ਪਰੰਤੂ ਚਕੋਰ ਨੂੰ ਦੇਖ ਚੰਦ ਵੱਲ ਟੱਕ ਵੱਜੀ ਹੈ। ਉੱਪਰ ਤੱਕਦਾ ਹੈ ਚੰਦ, ਅੰਦਰ ਤੱਕਦਾ ਹੈ ਚੰਦ, ਅੱਖਾਂ ਵਿੱਚ ਜਲਵਾ ਚਾਨਣੀ ਦਾ,
ਚਾਰ ਚੁਫੇਰੇ ਦੇਖਦਾ ਹੈ, ਚਾਨਣੀ ਸਾਰੇ ਜਗਤ ਨੂੰ ਦੇਖਦਾ ਹੈ। ਪਰ ਕੀ ਦੇਖਦਾ ਹੈ? ਚੰਦ ਦੀ ਚਾਨਣੀ ਸਭ ਦੇ ਇਰਦ ਗਿਰਦ ਲਿਪਟ ਰਹੀ ਹੈ। ਚਕੋਰ ਦਾ ਦਿਲ, ਚਕੋਰ ਦੀ ਨਜ਼ਰ, ਚਕੋਰ ਦੇ ਕਰਮ, ਕੁਹਕਣਾ, ਖੇਲਣਾ, ਖਿੜਨਾ, ਕਿਸੇ ਨੂੰ ਸੁੱਖ ਦੇਣਾ, ਸਭ ਉਸ ਚੰਨ ਦੇ ਮਿਲਾਪ, ਉਸ ਦੇ ਰਸ ਭਰੇ ਦਰਸ਼ਨਾਂ, ਉਸ ਦੇ ਚਾਉ ਤੇ ਹੁਲਾਸ ਭਰੇ ਉਮੰਗਾਂ ਵਿੱਚ ਹੈ। ਜੇ ਦਰਜੀ ਦੀ ਸੂਈ ਡਿੱਗ ਪਵੇ ਤਾਂ ਚਾਉ ਭਰੇ ਹੁਲਾਸ ਵਿੱਚ ਚੁੰਝ ਨਾਲ ਦਰਜੀ ਨੂੰ ਸੂਈ ਫੜਾ ਕੇ ਚਕੋਰ ਦਰਜੀ ਦੀ ਸੇਵਾ ਕਰਨ ਦੀ ਭੁੱਲ ਵਿੱਚ ਪੈਂਦਾ, ਬਫਾਉਂਦਾ ਨਹੀਂ ਕਿ ਮੈਂ ਭਲਾ ਕੀਤਾ ਹੈ। ਉਹ ਦਰਜੀ ਦੇ ਦੁਆਲੇ, ਸੂਈ ਦੇ ਦੁਆਲੇ, ਚੁੰਝ ਦੇ ਦੁਆਲੇ ਚਾਨਣੀ ਹੀ ਚਾਨਣੀ ਦੇਖਦਾ ਹੈ ਤੇ ਉਸੇ ਚਾਨਣੀ ਨਾਲ ਚੋਜ ਕਰ ਰਿਹਾ ਹੈ, ਉਸੇ ਚਾਨਣੀ ਦੇ ਪ੍ਰਯੋਜਨ ਦੀ ਸਫਲਤਾ ਦੀ ਸੇਵਾ ਕਰ ਰਿਹਾ ਹੈ। ਬ੍ਰਹਮ ਭਲਾ ਜੀ, ਜੇ ਕਦੇ ਅੱਖਾਂ ਵਿੱਚੋਂ ਬਿਸਮਾਰ ਦ੍ਰਿਸ਼ਟੀ ਹਟੇ, ਅੰਦਰੋਂ ਲਿਵਦੀ ਤਾਰ ਢਿੱਲੀ ਪਵੇ, ਤਦ ਫਿਰ ਬੰਦਾ ਕੀ ਕਰਦਾ ਹੈ? ਹੱਸੂ ਮੁਸਕਰਾ ਕੇ। ਵਿਸਮਾਦ ਦਾ ਰੰਗ ਜੇ ਘਟੇ ਤਾਂ ਅੰਦਰਲੇ ਗਿਆਨ ਵਿੱਚ ਹੁਕਮ ਪਰ ਟੇਕ ਟਿਕੀ ਹੋਈ ਜੋ ਹੁੰਦੀ ਹੈ। ਨਜ਼ਰ ਹੁਕਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਦ ਦਇਆ ਪਰ ਟਿਕੇ। ਨਜ਼ਰ ਦਇਆ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਧਰਮ ਪਰ ਟਿਕੇ। ਨਜ਼ਰ ਧਰਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਪਸ਼ੂ ਵਾਂਗ ਹੋ ਗਿਆ। ਬ੍ਰਹਮ ਫਿਰ ਕੀ ਕਰੇ? ਹੱਸੂ ਸਤਿਗੁਰੂ ਨਾਨਕ ਦੀ ਸ਼ਰਨ ਤਕਾਵੇ, ਅਰਦਾਸ ਕਰੇ, ਸਤਸੰਗ ਕਰੇ, ਸੇਵਾ ਕਰੇ। ਬ੍ਰਹਮ ਕੁਛ ਹੋਰ ਵੀ? ਹੱਸੂ ਹੱਸ ਕੇ ਮਹਾ ਮੰਤਰ ਪੜ੍ਹੇ। ਬ੍ਰਹਮ ਉਹ ਕੀ? ਹੱਸੂ ਭਰੀਏ ਮਤ ਪਾ ਪਾਕੈ ਸੰਗ, ਉਹ ਧੋਪੇ ਨਾ ਵੇਖੈ ਰੰਗ। ਨਾਮ ਜਪਣਾ ਤੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਪਾਠ ਵਿਚਾਰ ਕਰਨਾ, ਇਹ ਸਾਡਾ ਸਿੱਖਾਂ ਦਾ ਸਭ ਤੋਂ ਉੱਚਾ ਮਹਾ ਮੰਤਰ ਹੈ, ਜੋ ਪਸ਼ੂ ਤੋਂ ਮਨੁੱਖ ਬਣਾ ਦਿੰਦਾ ਹੈ, ਮਨੁੱਖ ਤੋਂ ਦੇਵਤੇ ਬਣਾ ਦਿੰਦਾ ਹੈ। ਬਾਣੀ ਪੜ੍ਹੇ, ਨਾਮ ਜਪੇ। ਹੱਸੂ ਦੇ ਨੈਣ ਬੰਦ ਹੋ ਗਏ। ਗੁਰੂ ਨਾਨਕ ਦੇ ਪਿਆਰ ਦਾ ਅਰਸ਼ੀ ਹੁਕਮ ਯਾਦ ਆਇਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਸਤਿਗੁਰੂ ਜੀ ਸ੍ਰੀਨਗਰ ਨੂੰ ਗਏ। ਆਪ ਸ੍ਰੀਨਗਰ ਪਹੁੰਚ ਕੇ ਸ਼ਹਿਰ ਨਹੀਂ ਵੜੇ। 14 ਦਿਨ ਬਨ ਵਿੱਚ ਰਹੇ ਤੇ ਬਨ ਦੇ ਹੀ ਪਰੌਣੇ ਬਣੇ ਰਹੇ। ਲੋਕੀ ਲੱਗੇ ਡੁੱਲ ਡੁੱਲ ਕੇ ਆਉਣ, ਜੋ ਆਵੇ ਸੋ ਲਾਹੇਵੰਦ ਹੋ ਕੇ ਜਾਵੇ ਤੇ ਨਾਮ ਤਰੀਕ ਅਰਥਾਤ ਨਾਮ ਧਾਰਨ ਕਰਕੇ ਨਾਮ ਵਿੱਚ ਟਿੱਕੇ ਜਾਵੇ। ਇਸ ਤਰ੍ਹਾਂ ਕੀਰਤੀ ਫੈਲੀ ਤੇ ਉਧਾਰ ਸ਼ੁਰੂ ਹੋਇਆ, ਜਿਸ ਤਰ੍ਹਾਂ ਸੁਗੰਧੀ ਫੈਲਦੀ ਹੈ। ਫਿਰ ਨਾਮਦਾਨ ਇਸ਼ਨਾਨ ਦ੍ਰਿੜਾਇਓ, ਸਿੱਖੀ ਮਗ ਤਿਸ ਦੇਸ਼ ਚਲਾਇਓ। ਮਹਿਮਾ ਪੁਰ ਮੈਂ ਬਦੀ ਅਪਾਰਾ, ਲਿਖੇ ਸ਼ਬਦ ਗੁਰ ਕਰੇ ਉਚਾਰਾ। ਪੜੇ ਪ੍ਰੀਤ ਸਿਉ ਕੀਰਤੀ ਕਰਹੀ, ਸ੍ਰੀ ਨਾਨਕ ਮੈਂ ਸ਼ਰਧਾ ਧਰਹੀ। ਇਹ ਪ੍ਰਤਾਪ, ਇਹ ਤੇਜ ਸ੍ਰੀ ਸਤਿਗੁਰੂ ਜੀ ਦਾ ਫੈਲਿਆ ਕਿ ਦੂਰ ਦੂਰ ਤੋਂ ਸੰਗਤਾਂ ਆ ਕੇ ਉਤਾਰਾ ਲੈਣ ਲੱਗੀਆਂ। ਦਿਨ ਰਾਤ ਕੀਰਤਨ ਦੀ ਧੁਨ ਹੋਵੇ। ਇਸ ਤਰ੍ਹਾਂ ਕਸ਼ਮੀਰ ਵਿੱਚ ਚਿਰ ਤਾਈਂ ਰੱਬੀ ਗੁਲਜ਼ਾਰ ਖਿੜੀ ਰਹੀ। ਬ੍ਰਹਮਦਾਸ ਪੂਰਨ ਸਿੱਖ ਹੋ ਗਿਆ। ਸਿਮਰਨ ਸਰਸ ਕਰਨ ਵਾਲਾ, ਸਤਿਗੁਰੂ ਦਾ ਪਿਆਰਾ ਸਿੱਖ ਪੂਰਾ ਸਿੱਖ ਹੋ ਗਿਆ। ਸਤਿਗੁਰੂ ਨੇ ਉਸ ਨੂੰ ਮੰਜੀ ਬਖਸ਼ੀ। ਨਾਮਦਾਨ ਸਚ ਧਰਮ ਦ੍ਰਿੜਾਇਓ, ਧਰਮਸਾਲ ਮੈਂ ਤਿਸੇ ਬਿਠਾਇਓ। ਸਿੱਖ ਪਏ ਤਹਿ ਦੇਸ਼ ਕਨੇਰੇ, ਸਿਮਰੇ ਸਤ ਨਾਮ ਤਹਿ ਬੇਰੇ। ਕਿਤਕ ਕਾਲ ਤਹਿ ਕੀਨ ਨਿਵਾਸਾ, ਪੁਨ ਆਗੇ ਗਮਨੇ ਸੁਖ ਰਾਸਾ। ਹਾਂ ਜੀ, ਸਤਿਗੁਰੂ ਨਾਨਕ ਕਸ਼ਮੀਰ ਤੋਂ ਅੱਗੇ ਤੁਰ ਪਏ। ਬ੍ਰਹਮਦਾਸ ਜੀ ਨੂੰ ਹੁਕਮ ਮਿਲ ਗਿਆ ਧਰਮਸਾਲ ਬੈਠਣਾ, ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਸੋ ਹੁਕਮੀ ਬੰਦਾ ਹੁਕਮ ਵਿੱਚ ਬੈਠ ਗਿਆ। ਪਰ ਕਮਾਲ, ਗੁਰੂ ਬਾਬੇ ਜੀ ਦੇ ਨਾਲ ਹੁਕਮ ਵਿੱਚ ਟੁਰ ਪਿਆ। ਕਮਾਲ ਜੀ ਸਤਿਗੁਰੂ ਜੀ ਦੇ ਨਾਲ ਕੁਝ ਚਿਰ ਸਫ਼ਰ ਵਿੱਚ ਰਹੇ। ਫਿਰ ਹੁਕਮ ਹੋ ਗਿਆ ਕਿ ਤੁਸੀਂ ਕੁਰਮ ਦੇ ਇਲਾਕੇ ਵਸੋ ਤੇ ਸਤਨਾਮ ਦਾ ਸੋਹਿਲਾ ਸੁਣਾ ਕੇ ਮੁਰਦੇ ਦਿਲਾਂ ਨੂੰ ਜਿਉਂਦਾ ਕਰੋ। ਸੂਚਨਾ ਜਾਪਦਾ ਹੈ ਕਿ ਸ੍ਰੀ ਗੁਰੂ ਜੀ ਜੰਮੂ ਦੇ ਰਸਤੇ ਕਸ਼ਮੀਰ ਗਏ ਹਨ। ਕਸ਼ਮੀਰ ਦੇਸ਼ ਵਿੱਚ ਅੱਪੜ ਕੇ ਅਨੰਤਨਾਗ ਹੁੰਦੇ ਹੋਏ ਜੋ ਥਾਂ ਆਪ ਨੂੰ ਬਹੁਤ ਪਸੰਦ ਆਇਆ ਸੀ, ਸੋ ਮਾਰਤੰਡ ਦਾ ਚਸ਼ਮਾ ਸੀ, ਜਿੱਥੇ ਕਿ ਆਪ ਨੂੰ ਬ੍ਰਹਮਦਾਸ ਤੇ ਕਮਾਲ ਜੀ ਮਿਲੇ। ਇਆਲੀ ਵਾਲੀ ਸਾਖੀ ਵੀ ਇਸੇ ਇਲਾਕੇ ਵਰਤੀ ਦਿਸਦੀ ਹੈ। ਇੱਥੋਂ ਆਪ ਫਿਰ ਸ੍ਰੀਨਗਰ ਨੂੰ ਗਏ ਹਨ ਤੇ ਉੱਥੇ ਬਹੁਤ ਪ੍ਰਚਾਰ ਹੋਇਆ। ਕੋਈ ਦਿਨ ਉੱਥੇ ਵੀ ਰਿਹਾ। ਲੋਕ ਬਹੁਤ ਨਾਮ ਤਰੀਕ ਹੋਏ। ਐਸਾ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ। ਸ੍ਰੀਨਗਰ ਦਰਿਆ ਦੇ ਪਾਰਲੇ ਪਾਸੇ, ਜਿੱਥੇ ਹੁਣ ਸ਼੍ਰੀ ਚੰਦ ਦਾ ਚਿਨਾਰ ਵਾਲਾ ਟਿਕਾਣਾ ਹੈ, ਇਹੋ ਟਿਕਾਣਾ ਬਾਬੇ ਜੀ ਦੇ ਟਿਕਣ ਦਾ ਥਾਂ ਸੀ। ਤਦੋਂ ਇਹ ਥਾਂ ਸ੍ਰੀਨਗਰ ਤੋਂ ਬਾਹਰ ਸੀ। ਹੁਣ ਨਵੀਂ ਅੰਗਰੇਜ਼ੀ ਤਰ੍ਹਾਂ ਤੇ ਬਣੀ ਵਸੋਂ ਵਿੱਚ ਆ ਗਿਆ ਹੈ ਤੇ ਐਨ ਸੜਕ ਦੇ ਉੱਪਰ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਸੀ। ਬਹੁਤ ਜ਼ਮੀਨਾਂ ਵੀ ਇਸ ਦੇ ਨਾਲ ਦਸੀਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥੋੜ੍ਹੇ ਚਿਰ ਤੋਂ ਅਕਾਲੀ ਅੰਦੋਲਨ ਵੇਲੇ ਬੰਦ ਹੋਇਆ ਹੈ। ਸ੍ਰੀਨਗਰ ਪ੍ਰਚਾਰ ਕਰਕੇ ਤੇ ਹੋਰ ਦੇਸ਼ ਵਿੱਚ ਫਿਰ ਕੇ
ਗੁਰੂ ਜੀ ਮੁੜ ਮਟਨ ਸਾਹਿਬ ਆਏ ਜਾਪਦੇ ਹਨ ਤੇ ਉੱਥੋਂ ਫਿਰ ਕੈਲਾਸ਼ ਵੱਲ ਨੂੰ ਗਏ ਹਨ। ਪੁਰਾਤਨ ਜਨਮ ਸਾਖੀ ਵਿੱਚ ਕਸ਼ਮੀਰ ਪਦ ਖੁੱਲ੍ਹਾ ਪਿਆ ਹੈ ਤੇ ਦੇਸ਼ ਤੋਂ ਮੁਰਾਦ ਜਾਪਦੀ ਹੈ। ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਜਨਮ ਸਾਖੀ ਤੋਂ ਸੰਸਾ ਪੈ ਜਾਂਦਾ ਹੈ ਕਿ ਕਸ਼ਮੀਰ ਤੋਂ ਮੁਰਾਦ ਸ਼੍ਰੀਨਗਰ ਦੀ ਹੈ, ਪਰ ਕਸ਼ਮੀਰ ਜਾ ਕੇ ਜੋ ਕੁਝ ਖੋਜ ਹੋ ਸਕੀ ਸੀ ਉਸ ਤੋਂ ਥੋਹ ਪਿਆ ਸੀ ਕਿ ਗੁਰੂ ਜੀ ਜੰਮੂ ਦੇ ਰਸਤੇ ਜਾ ਕੇ ਪਹਿਲਾਂ ਮਟਨ ਹੀ ਟਿਕੇ ਸਨ, ਜਿਸ ਨੂੰ ਆਪ ਦੇ ਟਿਕਣ ਕਰਕੇ ਤਾਤੋਂ ਮਟਨ ਸਾਹਿਬ ਕਹਿੰਦੇ ਹਨ। ਇੱਥੋਂ ਦੀ ਰਸਤਾ ਅਮਰਨਾਥ ਨੂੰ ਜਾਂਦਾ ਹੈ। ਮੇਲਿਆਂ ਪਰ ਅਪੜ ਕੇ ਸਤਨਾਮ ਦਾ ਪ੍ਰਚਾਰ ਕਰਨਾ ਗੁਰੂ ਜੀ ਦਾ ਵਤੀਰਾ ਰਿਹਾ ਹੈ। ਇਸ ਪਾਸੇ ਪ੍ਰਚਾਰ ਕਰਕੇ ਸ਼੍ਰੀਨਗਰ ਗਏ ਹਨ। ਕਸ਼ਮੀਰ ਵਿੱਚ ਖੋਜ ਕਰਦਿਆਂ ਇਹ ਵੀ ਪਤਾ ਲੱਗਾ ਸੀ ਕਿ ਬ੍ਰਹਮਦਾਸ ਬੀਜ ਬਿਹਾੜੇ ਦਾ ਵਾਸੀ ਸੀ, ਜੋ ਮਾਰਤੰਡ ਚਸ਼ਮੇ ਤੇ ਸਤਿਗੁਰਾਂ ਨੂੰ ਮਿਲਿਆ। ਚਸ਼ਮੇ ਦੇ ਤਲਾਅ ਵਿਚਕਾਰ ਥੜਾ ਸੀ, ਜਿੱਥੇ ਸਤਿਗੁਰਾਂ ਨਾਲ ਵਿਚਾਰ ਹੋਈ। ਥੜਾ ਹੁਣ ਢੱਠਾ ਪਿਆ ਪਾਣੀ ਵਿੱਚ ਦਿਸਦਾ ਹੈ। ਚਸ਼ਮੇ ਦੇ ਕਿਨਾਰੇ 7 ਧਰਮਸ਼ਾਲਾ ਹੈ ਤੇ 7 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖੁੱਲ੍ਹਦੇ ਸਨ। 20-25 ਵਰ੍ਹੇ ਹੋਏ ਤਾਂ ਇੱਕ ਧਰਮਸ਼ਾਲਾ ਚਸ਼ਮੇ ਦੇ ਉੱਪਰ ਅਜੇ ਕਾਇਮ ਹੈ ਸੀ, ਜਿਨ੍ਹਾਂ ਨੇ ਤੱਕੀ ਹੈ ਦੱਸਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਦੇ ਸਨ। ਇੱਕ ਦੀ ਸਰਦਲ ਅਸਾਂ ਬਾਕੀ ਰਹੀ ਆਪ ਵੇਖੀ ਹੈ। ਹੁਣ ਕਿਨਾਰੇ ਤੋਂ ਪਰੇ ਛੋਟੀ ਜਿਹੀ ਥਾਂ ਵਿੱਚ ਧਰਮਸਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਮੰਦਰ ਵਿੱਚ ਮਾਇਆ ਬ੍ਰਹਮਦਾਸ ਨੂੰ ਮਿਲੀ ਹੈ, ਉਹ ਕਰੇਵੇ ਦੇ ਉੱਤੇ ਮਾਰਤੰਡ ਦੇ ਢੱਠੇ ਮੰਦਰ ਤੋਂ ਮੁਰਾਦ ਜਾਪਦੀ ਹੈ, ਜੋ ਚਸ਼ਮੇ ਤੋਂ ਪਿਛਲੇ ਪਾਸੇ ਉੱਪਰਵਾਰ ਕਰੇਵੇ ਤੇ ਹੈ। ਇੱਕ ਮਿਹਰਾਬ 80 ਕੁ ਫੁੱਟ ਮੰਦਰ ਦੀ ਅਜੇ ਖੜੀ ਹੈ। ਬਾਕੀ ਕਹਿੰਦੇ ਹਨ ਕਿ ਇੱਕ ਬੁੱਤ ਸ਼ਿਕਨ ਮੁਸਲਮਾਨ ਨੇ ਮੰਦਰ ਢਾਇਆ ਸੀ, ਸੋ ਢੱਠੇ ਹੋਏ ਖੰਡਰ ਪੱਥਰ ਪਏ ਹਨ। ਇਆਲੀ ਦੀ ਸਾਖੀ ਇਸ ਚਸ਼ਮੇ ਦੇ ਪਿੱਛੇ ਪਹਾੜੀ ਉੱਤੇ ਹੋਈ ਜਾਪਦੀ ਹੈ, ਪਰ ਇਸ ਤੋਂ ਅਗੇਰੇ ਜਾ ਕੇ ਐਸ਼ ਮੁਕਾਮ ਤੋਂ 2-1 ਮੀਲ ਪਰੇ ਗਣੇਸ਼ਪੁਰ ਬੰਗਲੇ ਦੇ ਲਾਗੇ ਸ਼ੱਕ ਪੈਦਾ ਹੈ ਕਿ ਸ਼ਾਇਦ ਇਆਲੀ ਦੀ ਸਾਖੀ ਇੱਥੇ ਵਰਤੀ ਹੈ। ਹੁਣ ਉੱਥੇ ਬਾਲੇ ਪੰਜਾਬੀ ਗੁਜ਼ਰ ਰਹਿੰਦੇ ਹਨ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਮਲਾਰ ਦੀ ਵਾਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਉਚਾਰੀ ਸੀ ਤੇ ਉਸ ਦੀਆਂ 27 ਪੌੜੀਆਂ ਸਨ। ਇਹ ਵੀ ਪਤਾ ਲੱਗਦਾ ਹੈ ਕਿ ਸਹਸਤਰਦਾਨ ਵਾਲਾ ਸ਼ਲੋਕ ਮਹੱਲਾ ਪਹਿਲਾ ਤੇ ਮਾਰੂ ਸੋਲਾ ਅਰਬਦ ਨਰਬਦ ਵੀ ਇੱਥੇ ਉਚਾਰੇ ਗਏ ਹਨ। ਇਸ ਦਾ ਭਾਵ ਇਹ ਜਾਪਦਾ ਹੈ ਕਿ ਕਸ਼ਮੀਰ ਵਿੱਚ ਜੋ ਬਚਨ ਸਤਿਗੁਰੂ ਜੀ ਦੇ ਹੋਏ, ਉਹਨਾਂ ਦਾ ਨਿਚੋੜ ਇਹਨਾਂ ਬਾਣੀਆਂ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਵਾਰਾਂ ਪਰ ਮਹੱਲਾ ਲਿਖਿਆ ਹੁੰਦਾ ਹੈ, ਉਸ ਦਾ ਇਹ ਅਰਥ ਹੈ ਕਿ ਇਸ ਵਾਰ ਦੀਆਂ ਪੌੜੀਆਂ ਉਸ ਮਹੱਲੇ ਦੀਆਂ ਹਨ। ਇਸੇ ਕਰਕੇ ਪੁਰਾਤਨ ਜਨਮ ਸਾਖੀ ਵਿੱਚ ਪੌੜੀ ਰਾਗ ਮਲਾਰ ਵਿੱਚ ਤਿੱਤ ਮਹੱਲੇ ਵਾਰ ਹੋਈ। ਫਿਰ ਉੱਥੇ 27 ਪੌੜੀਆਂ ਦਾ ਪਤਾ ਦਿੱਤਾ ਹੈ। ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਹੀ ਹੋ ਜਾਂਦੀ ਹੈ। ਉੱਥੇ ਮਲਾਰ ਵਾਰ ਦੀਆਂ 28 ਪੌੜੀਆਂ ਹਨ, ਪਰ 27ਵੀਂ ਪੌੜੀ ਪਰ ਲਿਖਿਆ ਹੈ ਪੌੜੀ ਨਵੀਂ ਮਹੱਲਾ ਪੰਜਵਾਂ, ਜਿਸ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਤਾ ਦਿੱਤਾ ਹੈ ਕਿ ਇਹ ਪੌੜੀ ਅਸਾਂ ਪਾਈ ਹੈ, ਇਹ ਮਹੱਲੇ ਪਹਿਲੇ ਦੀ ਨਹੀਂ। ਇਸ ਤੋਂ 27 ਪੌੜੀਆਂ ਮਹੱਲੇ ਪਹਿਲੇ ਦੀਆਂ ਹੀ ਸਹੀ ਹੋਈਆਂ। ਇਹ ਵੀ ਲਿਖਿਆ ਹੈ ਕਿ ਕਸ਼ਮੀਰ ਵਿੱਚ ਸਤਿਗੁਰਾਂ ਦੀਆਂ ਉਚਾਰੀਆਂ ਬਾਣੀਆਂ ਹੱਸੂ ਲੁਹਾਰ ਤੇ ਸੀਹੇ ਛਿੰਬੇ ਨੇ ਲਿਖੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।